ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਜੁਗ ਬਿਖੈ ਬੇਣ ਭੂਪਾਲਾ। ਕਲੀ ਕਾਲ ਬਰਤਾਏ ਵਿਸਾਲਾ। ਚੋਰ ਦੁਸ਼ਟ ਅਗ ਕਰਤ ਅਨੇਕਾ। ਨਹ ਸਤ ਸੰਗਤ ਹੋਇ ਨ ਬਿਬੇਕਾ। ਸਤਿਜੁਗ ਬਿਖੈ ਬੇਣ ਭੂਪਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਪਤਿਤ ਪਾਵਨ ਗਰੀਬ ਨਵਾਜ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਦਰਬਾਰ ਵਿੱਚ ਨਿਤਨੇਮ ਨਾਲ ਹੀ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੀ ਪ੍ਰਸੰਨਤਾ ਲੈਂਦੇ ਹੋ। ਸੱਚੇ ਪਾਤਸ਼ਾਹ ਜੀ ਪ੍ਰਤੱਖ ਹਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਰਸ਼ਨ ਦੇ ਕੇ ਸੰਗਤਾਂ ਨੂੰ ਨਿਹਾਲ ਸਫਲਾ ਕਰਦੇ ਹਨ। ਗੁਰੂ ਘਰ ਦੀ ਮਰਿਆਦਾ ਅਨੁਸਾਰ ਨਿਤਨੇਮ ਨਾਲ ਜੋ ਪਾਵਨ ਪਵਿੱਤਰ ਬਾਣੀ ਸੋ ਦਰ ਰਹਿਰਾਸ ਸਾਹਿਬ ਦੇ ਜਾਪ ਹੁੰਦੇ ਹੈ। ਐਸੀ ਸਤਿਗੁਰੂ ਜੀ ਦੀ ਪਰਮ ਪਵਿੱਤਰ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਉਸ ਤੋਂ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਹੋਈ। ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਲਾਹਾ ਲਿਆ ਹੈ। ਇਸ ਦੇ ਨਾਲ ਹੀ ਜੋ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ ਉਹਨਾਂ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਲੜੀਵਾਰ ਰੂਪ ਵਿੱਚ ਕੁਝ ਕਾਫੀ ਦਿਨਾਂ ਮਹੀਨਿਆਂ ਤੋਂ ਹੀ ਸਰਵਣ ਕਰਦੇ ਆ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਸਤਿਗੁਰੂ ਮਹਾਰਾਜ ਜੀ ਨੇ ਕਸਵੱਟੀ ਦਾ ਸਮਾਂ ਜਾਣ ਕੇ ਪਰਖ ਦਾ ਸਮਾਂ ਜਾਣ ਕੇ ਜਿਹੜੀ ਹੈ ਸੇਵਾ ਲਾ ਦਿੱਤੀ ਹੈ ਤਾਂ ਜੋ ਗੁਰੂ ਕੇ ਸਿੱਖਾਂ ਸੰਗਤ ਨੂੰ ਇਹ ਪਤਾ ਚੱਲ ਸਕੇ
ਵੀ ਸਾਡੇ ਆਉਣ ਵਾਲੇ ਸਮੇਂ ਵਿੱਚ ਇਸ ਗੁਰਤਾ ਦੇ ਮਾਲਕ ਕੌਣ ਹੋਣਗੇ। ਜਿਸ ਕਰਕੇ ਮਹਾਰਾਜ ਜੀ ਦੀ ਹੁਣ ਲੀਲਾ ਅਚਰਜੀ ਹੈ ਵੀ ਸ੍ਰੀ ਕਰਤਾਰਪੁਰ ਸਾਹਿਬ ਬੇਅੰਤ ਸੰਗਤਾਂ ਹਾਜ਼ਰੀਆਂ ਭਰਨ ਲਈ ਜੁੜ ਰਹੀਆਂ, ਹਜ਼ਾਰਾਂ ਦੀ ਤਾਦਾਦ ਵਿੱਚ ਹੀ ਸੰਗਤਾਂ ਆ ਰਹੀਆਂ। ਦਰਸ਼ਨ ਕਰ ਕਰਕੇ ਮਨੋਕਾਮਨਾਵਾਂ ਭਾਵਨਾਵਾਂ ਪੂਰਨ ਕਰ ਰਹੀਆਂ ਗੁਰੂ ਕੀਆਂ ਸੰਗਤਾਂ। ਇਸੇ ਤਰ੍ਹਾਂ ਐਸੀ ਕਲਾ ਵਰਤ ਗਈ ਵੀ ਬਹੁਤ ਸੰਗਤ ਜਿਹੜੀ ਕਰਤਾਰਪੁਰ ਸਾਹਿਬ ਆ ਗਈ। ਸਾਰੇ ਕਰਤਾਰਪੁਰ ਸਾਹਿਬ ਦੇ ਇਰਦ ਗਿਰਦ ਮਹਾਰਾਜ ਜੀ ਸਥਾਨ ਦੇ ਇਰਦ ਗਿਰਦ ਤੰਬੂ ਹੀ ਤੰਬੂ ਹੋਏ। ਬੇਅੰਤ ਸੰਗਤ ਆਈ ਹੈ। ਉਹ ਜਿਸ ਦਿਨ ਆ ਕੇ ਤੇ ਸ਼ਾਮ ਪੈ ਗਈ ਹੈ, ਸਭ ਨੇ ਭੋਜਨ ਪ੍ਰਸ਼ਾਦਾ ਜਿਹੜਾ ਛਕਿਆ ਹੈ ਉਸ ਦਿਨ ਗੁਰੂ ਮਹਾਰਾਜ ਨੇ ਕਲਾ ਵਰਤਾ ਦਿੱਤੀ। ਕਾਲੀਆਂ ਘਟਾਵਾਂ ਜਿਹੜੀਆਂ ਘੁਲ ਮਿਲ ਕੇ ਰਾਤ ਆ ਗਈਆਂ। ਬਹੁਤ ਜਿਹੜੀ ਵਰਖਾ ਬਾਰਿਸ਼ ਸ਼ੁਰੂ ਹੋ ਗਈ। ਸਾਰੀ ਰਾਤ ਹੀ ਮੀਂਹ ਪੈਂਦਾ ਰਿਹਾ। ਦਿਨ ਚੜ੍ਹਿਆ, ਦਿਨ ਵੀ ਬੇਅੰਤ ਮੀਂਹ, ਅਗਲੀ ਰਾਤ ਵੀ ਮੀਂਹ, ਅਗਲਾ ਦਿਨ ਵੀ ਮੀਂਹ, ਜਿਸ ਕਰਕੇ ਚਾਰ ਚੁਫੇਰੇ ਪਾਣੀ ਹੋ ਗਿਆ। ਹੁਣ ਜਦੋਂ ਬਾਰਿਸ਼ ਹੀ ਨਹੀਂ ਹੋ ਰਹੀ ਹੈ ਤੇ ਗੁਰੂ ਕੀ ਸੰਗਤ ਵਾਸਤੇ ਭੋਜਨ ਦਾ ਜਿਹੜਾ ਬਣਾਉਣ ਤਿਆਰ ਕਰਨ ਦਾ ਸਮਾਂ ਨਾ ਮਿਲਿਆ। ਭੋਜਨ ਸੰਗਤ ਨੂੰ ਛਕਾਇਆ ਨਾ ਗਿਆ, ਕਿਉਂਕਿ ਥਾਂ ਕੋਈ ਐਸੀ ਹੈ ਨਹੀਂ ਸੀ ਵੀ ਜਿੱਥੇ ਭੋਜਨ ਤਿਆਰ ਕੀਤਾ ਜਾਂਦਾ। ਅਤੇ ਗੁਰੂ ਕੀ ਸੰਗਤ ਵਿਚਾਰੀ 2 ਦਿਨ ਦੀ ਭੁੱਖੀ, ਤੀਸਰਾ ਦਿਨ ਵੀ ਚੜ੍ਹ ਗਿਆ, ਭੁੱਖ ਨਾਲ ਵਿਆਕੁਲ ਹੋ ਗਈ। ਸਭ ਵਿਚਾਰੇ ਭੁੱਖ ਨਾਲ ਵਿਆਕੁਲ ਬੇਹਾਲ ਜਿਹੇ ਹੋਏ ਪਏ ਆ ਸੰਗਤ ਵਿੱਚ। ਗੁਰੂ ਮਹਾਰਾਜ ਜੀ ਧਰਮਸ਼ਾਲਾ ਵਿੱਚ ਬਿਰਾਜਮਾਨ ਹਨ ਸੰਗਤਾਂ ਵਿੱਚ। ਉੱਥੇ ਬਾਬਾ ਸ਼੍ਰੀ ਚੰਦ ਜੀ, ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਬਾਬਾ ਲਖਮੀ ਚੰਦ ਜੀ, ਦਾਸ ਗੁਰੂ ਘਰ ਦੇ ਸੇਵਕ, ਸਿੱਖ ਸੇਵਕ ਬੇਅੰਤ ਭਾਈ ਲਹਿਣਾ ਜੀ ਉੱਥੇ ਬੈਠੇ ਹੋਏ। ਉਡੀਕ ਰਹੇ ਵੀ ਕਦੋਂ ਮੀਂਹ ਹਟੇ। ਗੁਰੂ ਜੀ ਨੇ ਸੰਗਤ ਵੱਲ ਵੇਖਿਆ ਵੀ ਵਿਚਾਰੇ ਸਭ ਭੁੱਖ ਨਾਲ ਵਿਆਕੁਲ ਹੈ। ਕਿਆ ਪੁੱਤਰ ਸ਼੍ਰੀ ਚੰਦ ਜੀ, ਐਸਾ ਸੋਹਣਾ ਕੰਮ ਕਰੋ ਕਿ ਸੰਗਤ ਨੂੰ ਨਾਲ ਲੈ ਜਾਓ। ਜਿਹੜੀ ਧਰਮਸ਼ਾਲਾ ਦੇ ਬਾਰ ਕਿੱਕਰਾਂ ਹੈ ਸੁੱਕੀਆਂ, ਹੁਣ ਬਾਰਿਸ਼ ਹਟੀ ਹੈ, ਪਾਣੀ ਸਭ ਥਾਂ ਭਰਿਆ ਹੋਇਆ, ਭੋਜਨ ਤਿਆਰ ਕੀਤਾ ਨਹੀਂ ਗਿਆ, ਨਾ ਕੀਤਾ ਅਜੇ ਜਾਣਾ ਹੀ ਹੈ। ਤੁਸੀਂ ਕਿੱਕਰ ਉੱਪਰ ਚੜ੍ਹ ਜਾਓ ਅਤੇ ਉਹਨੂੰ ਹਲੂਣਾ ਦਿਓ ਟਾਣ ਨੂੰ, ਅਤੇ ਸੰਗਤ ਸਾਰੀ ਨੂੰ ਭੋਜਨ ਮਨ ਭਾਉਂਦੇ ਛਕਾਓ, ਤਾਂ ਜੋ ਗੁਰੂ ਕੀਆਂ ਸੰਗਤਾਂ ਲੰਗਰ ਛਕ ਕੇ ਅਤੇ ਆਪੋ ਆਪਣੇ ਘਰਾਂ ਫਿਰ ਚਲੇ ਜਾਣਗੇ ਸੁੱਖ ਸੁੱਖਾਂ ਨਾਲ। ਜਦੋਂ ਗੁਰੂ ਸਾਹਿਬ ਜੀ ਨੇ ਇਹ ਬਚਨ ਕਿਹਾ ਹੈ, ਹੁਣ ਮਹਾਰਾਜ ਜੀ ਦੀ ਤਾਂ ਐਸੀ ਕਸਵੱਟੀ ਹੈ ਕਿ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ। ਗੁਰੂ ਦੀ ਜਿਹੜੀ ਚਾਕਰੀ ਹੈ ਇਹ ਸਖਤ ਵੀ ਬੜੀ ਹੈ, ਕਰੜੀ ਵੀ ਬੜੀ ਹੈ, ਅਤੇ ਸੁੱਖ ਵਾਲੀ ਵੀ ਬੜੀ ਜੇ ਕੋਈ ਕਰ ਲਈ ਨੇ। ਹੁਣ ਜਿਸ 'ਤੇ ਮਹਾਰਾਜ ਨਜ਼ਰ ਹੋਵੇ ਉਹ ਸਮਝ ਸਕਦਾ। ਬਾਬਾ ਸ਼੍ਰੀ ਚੰਦ ਨੂੰ ਕਿਹਾ ਅਤੇ ਕਹਿਣ ਲੱਗੇ, ਪਿਤਾ ਜੀ ਤੁਸੀਂ ਆ ਕਿਹੋ ਜਿਹੀ ਗੱਲ ਕਹਿ ਦਿੱਤੀ ਵੀ ਕਿੱਕਰ 'ਤੇ ਚੜ੍ਹੋ ਮਠਿਆਈਆਂ ਡਿੱਗਣਗੀਆਂ। ਅੱਜ ਤੱਕ ਕਦੀ ਇਹੋ ਜਿਹੀ ਗੱਲ ਹੋਈ ਹੈ ਵੀ ਕਦੀ ਰੁੱਖਾਂ ਤੋਂ ਵੀ ਮਠਿਆਈਆਂ ਡਿੱਗੀਆਂ, ਪੂੜੀਆਂ, ਸਬਜ਼ੀਆਂ, ਭਾਜੀਆਂ, ਜਲੇਬੀਆਂ, ਲੱਡੂ ਅੱਜ ਤੱਕ ਨਾ ਕਦੀ ਸੁਣਿਆ ਹੀ ਹੈ ਕਿਸੇ ਕੋਲੋਂ ਵੀ ਕਿਸੇ ਫਲਾਣੇ ਥਾਂ 'ਤੇ ਰੁੱਖ 'ਤੇ ਮਠਿਆਈਆਂ ਲੱਗੀਆਂ, ਅਤੇ ਨਾ ਹੀ ਕਦੀ ਅੱਖੀਂ ਦੇਖਿਆ। ਇਹ ਤੁਸੀਂ ਕਿਹੋ ਜਿਹੀ ਗੱਲ ਕਰਦੇ ਹੋ? ਇੰਨੇ ਅਵਤਾਰ ਹੋ ਗਏ ਹੈ, ਜਤੀ ਤਪੀ ਸਿੱਧ ਮੁਨੀ, ਅੱਜ ਤੱਕ ਉਹਨਾਂ ਨੇ ਆਹ ਗੱਲ ਕਹੀ ਜਿਹੜੀ ਤੁਸਾਂ ਨੇ ਕਹਿ ਦਿੱਤੀ ਵੀ ਕਿੱਕਰ ਨੂੰ ਹਲੂਣਾ ਦਿਓ ਅਤੇ ਮਠਿਆਈਆਂ ਡਿੱਗਣ। ਮਹਾਰਾਜ ਜੀ ਤਾਂ ਸੁਣਦੇ ਰਹੇ। ਕਹਿੰਦੇ, ਪਿਤਾ ਜੀ ਮੈਂ ਤੁਹਾਡਾ ਬਚਨ ਮੰਨ ਕੇ ਨਹੀਂ ਜਾਵਾਂਗਾ।
ਐਵੇਂ ਮੈਂ ਕਿੱਕਰ 'ਤੇ ਚੜ੍ਹ ਜਾਵਾਂ, ਮਠਿਆਈ ਕੋਈ ਡਿੱਗੇ ਨਾ ਅਤੇ ਸੰਗਤ ਵਿੱਚ ਮੈਂ ਸ਼ਰਮਿੰਦਾ ਹੋਵਾਂਗਾ। ਵੀ ਚਲੋ ਜੇ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ ਸੀ ਅਤੇ ਪੁੱਤਰ ਹੀ ਸਮਝ ਜਾਂਦਾ, ਜਵਾਨ ਸੀ, ਪਰ ਮੈਂ ਨਹੀਂ ਜਾਵਾਂਗਾ, ਮਨਾ ਕਰ ਦਿੱਤਾ। ਗੁਰੂ ਮਹਾਰਾਜ ਨੇ ਜਾਣ ਲਿਆ ਵੀ ਭਰੋਸਾ ਨਹੀਂ ਹੈ ਪੁੱਤਰ ਨੂੰ। ਛੋਟੇ ਸਾਹਿਬਜ਼ਾਦੇ ਬਾਬਾ ਲਖਮੀ ਚੰਦ ਜਾਂ ਲਖਮੀ ਦਾਸ ਜੀ ਨੂੰ ਕਿਹਾ ਹੈ, ਉਸੇ ਤਰ੍ਹਾਂ ਪੁੱਤਰ ਜੀ ਸੰਗਤ ਨੂੰ ਲੈ ਜਾਓ ਬਾਹਰ, ਕਿੱਕਰ 'ਤੇ ਚੜ੍ਹ ਕੇ ਮਠਿਆਈਆਂ ਜਿਹੜੀਆਂ ਤੁਸੀਂ ਘੇਰੋ, ਕਿੱਕਰ ਦੇ ਟਾਹਣੀ ਨੂੰ ਹਿਲਾਉਣਾ ਦਿਓ। ਉਹੀ ਜਵਾਬ ਦਿੱਤਾ ਹੈ, ਕਹਿੰਦੇ ਪਿਤਾ ਜੀ ਜੋ ਵੱਡੇ ਭਰਾਤਾਂ ਨੇ ਕਿਹਾ ਬਿਲਕੁਲ ਸੱਚੀ ਗੱਲ ਹੈ। ਕਦੀ ਕਿੱਕਰਾਂ ਤੋਂ ਮਠਿਆਈਆਂ ਵੀ ਹੁੰਦੀਆਂ, ਤੁਕਲੇ ਤਾਂ ਹੁੰਦੇ ਉਹ ਤਾਂ ਡਿੱਗ ਪੈਣਗੇ, ਪਰ ਇਹ ਕੁਝ ਨਹੀਂ, ਇਹ ਮਠਿਆਈ ਨਹੀਂ ਡਿੱਗਣੀ ਹੈ। ਮੋੜਵਾਂ ਜਵਾਬ ਦੇ ਦਿੱਤਾ। ਮਹਾਰਾਜ ਨੇ ਜਾਣ ਲਿਆ ਵੀ ਦੋਵੇਂ ਪੁੱਤਰਾਂ ਨੂੰ ਭਰੋਸਾ ਨਹੀਂ ਹੈ, ਯਕੀਨ ਨਹੀਂ ਹੈ ਸਾਡੇ 'ਤੇ। ਉਸ ਵੇਲੇ ਜੋ ਦਾਸਾਂ ਵਿੱਚੋਂ ਉੱਤਮ ਦਾਸ ਆਗਿਆਕਾਰੀ ਜੋ ਸੇਵਾ ਕਰਤ ਹੋਏ ਨੇ, ਕਾਮੀ ਦੀ ਅਵਸਥਾ ਵਾਲੇ ਭਾਈ ਲਹਿਣਾ ਜੀ ਹਨ, ਉਹਨਾਂ ਨੂੰ ਕਿਹਾ ਮਹਾਰਾਜ ਜੀ ਨੇ, ਭਾਈ ਲਹਿਣਾ ਤੂੰ ਸਾਡੇ ਕੋਲ ਲੈਣਾ ਹੈ, ਅਸੀਂ ਤੈਨੂੰ ਦੇਣਾ ਅਤੇ ਤੂੰ ਹੀ ਇੱਥੋਂ ਲੈ ਕੇ ਜਾਣਾ ਹੈ, ਸਾਡਾ ਹੁਕਮ ਮੰਨ। ਸੰਗਤ ਗੁਰੂ ਕੀ ਬੜੇ ਦਿਨਾਂ ਦੀ ਭੁੱਖੀ ਹੈ, ਅਤੇ ਜਾ ਕੇ ਇਹਨਾਂ ਨੂੰ ਭੋਜਨ ਛਕਾਓ। ਤੁਸੀਂ ਸਾਰਾ ਕੁਝ ਸੁਣਿਆ ਹੀ, ਜੋ ਅਸਾਂ ਨੇ ਕਿਹਾ ਉਹ ਆਗਿਆ ਸਾਡੀ ਮੰਨੋ। ਹਜੇ ਬਚਨ ਤੇ ਗੁਰੂ ਜੀ ਦੇ ਮੁਖ 'ਤੇ ਹੀ ਹੈ, ਪਹਿਲਾਂ ਹੀ ਮਨ 'ਚ ਇਹ ਹੈਗਾ ਸੀ ਵੀ ਮਹਾਰਾਜ ਕਹਿਣ 'ਤੇ ਮੈਂ ਜਾਵਾਂ। ਸੁਣਦੇ ਰਹੇ, ਪਰ ਗੁਰੂ ਕੇ ਸਿੱਖ ਦਾ ਵਿੱਚ ਬੋਲਣ ਦਾ ਕੰਮ ਨਹੀਂ ਹੈ ਨਾ, ਕਿਉਂਕਿ ਜੇ ਵਿੱਚ ਬੋਲ ਪਿਆ ਸਮਝ ਲਓ ਹਉਮੈ ਹੈ ਵੀ ਮੈਂ ਕੰਮ ਕਰ ਸਕਦਾ। ਭਾਈ ਲਹਿਣਾ ਜੀ ਚੁੱਪ ਕੀਤੇ ਰਹੇ ਹੈ। ਮਹਾਰਾਜ ਨੇ ਅਜੇ ਅੱਧਾ ਬਚਨ ਕਿਹਾ ਹੈ, ਕਹਿ ਹੀ ਰਹੇ ਵੀ ਸਾਡੀ ਆਗਿਆ ਮੰਨੋ। ਕਹਿੰਦੇ ਸੋਹਣਾ ਉੱਪਰ ਹਜੂਰੀਆ ਚਾਦਰਾ ਹੈ ਸਰੀਰ ਉੱਪਰ, ਉਹ ਵੀ ਨਹੀਂ ਸੰਭਾਲਿਆ ਆਪਣਾ। 7 ਬਚਨ ਮਹਾਰਾਜ ਜਿਵੇਂ ਆਪ ਜੀ ਦੀ ਆਗਿਆ। ਧਰਮਸ਼ਾਲਾ 'ਚੋਂ ਬਾਹਰ ਹੋ ਕੇ ਸੰਗਤ ਨੂੰ ਕਿਹਾ, ਸੰਗਤ ਜੀ ਗੁਰੂ ਮਹਾਰਾਜ ਦਾ ਐਸਾ ਹੁਕਮ ਹੈ, ਤੁਸੀਂ ਸਾਰੇ ਮੇਰੇ ਪਿੱਛੇ ਪਿੱਛੇ ਆ ਜਾਓ। ਜਿੱਥੇ ਕਿੱਕਰ ਦਾ ਥੱਸਿਆ ਅਤਾ ਪਤਾ, ਉੱਥੇ ਵਾਰ-ਵਾਰ ਜਾ ਕੇ ਧਰਮਸ਼ਾਲਾ ਤੋਂ ਤੰਬੂਆਂ ਤੋਂ ਲਾਂਭੇ ਕਿੱਕਰ ਦੇ ਚੜ੍ਹ ਗਏ ਹੈ। ਵੱਡਾ ਸਾਰਾ ਟਾਣਾ ਸਾਧ ਸੰਗਤ ਜੀ ਹਿਲਾਉਣਾ ਸ਼ੁਰੂ ਕਰ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਨਾਮ ਲੈ ਕੇ। ਫਿਰ ਤੇ ਕਹਿੰਦੇ ਐਸੀ ਕਲਾ ਵਰਤੀ ਹੈ, ਲੱਡੂ ਜਲੇਬੀਆਂ ਪੂੜੀਆਂ ਪੂੜੇ ਹਰ ਪ੍ਰਕਾਰ ਦੇ ਭੋਜਨ ਡਿੱਗਣੇ ਸ਼ੁਰੂ ਹੋ ਗਏ। ਸੰਗਤਾਂ ਤੇ ਹੈਰਾਨ ਹੋ ਗਈਆਂ, ਉੱਤੇ ਲੱਗਾ ਕੁਝ ਨਹੀਂ ਦਿਸਦਾ, ਥੱਲੇ ਡਿੱਗਦਾ ਜ਼ਰੂਰ ਦਿਸਦਾ ਹੈ। ਫਿਰ ਤੇ ਸੰਗਤਾਂ ਨੇ ਸਾਧ ਸੰਗਤ ਜੀ ਰਲ ਮਿਲ ਕੇ ਛਕਿਆ, ਜਿਵੇਂ ਗੁਰੂ ਕਾ ਹੁਕਮ ਸੀ ਵੀ ਜਿੰਨਾ ਚਿਰ ਇਹ ਨਾ ਨਹੀਂ ਨਾ ਸੰਗਤ ਕਰਦੀ ਵੀ ਅਸੀਂ ਨਹੀਂ ਛਕਣਾ ਹੁਣ, ਉਹਨਾਂ ਚਿਰ ਹਟਣਾ ਨਹੀਂ ਹੈ, ਰੁਕਣਾ ਨਹੀਂ ਹੈ। ਭਾਈ ਲਹਿਣਾ ਜੀ ਉਹਨਾਂ ਚਿਰ ਹਲੂਣਾ ਦੇ ਗਏ ਕਿੱਕਰ ਦੇ ਟਾਣ ਨੂੰ। ਸੰਗਤਾਂ ਨੇ ਜਦੋਂ ਛਕ ਕੇ ਹੱਥ ਖੜੇ ਕਰਕੇ ਕਿਹਾ, ਭਾਈ ਲਹਿਣਾ ਬਸ ਹੁਣ ਹੀ ਰੱਜ ਗਏ ਹਾਂ, ਤ੍ਰਿਪਤ ਹੋ ਗਏ। ਇਹ ਵੇਖ ਕੇ ਉਤਰੇ। ਉਹ ਜਿੰਨੀ ਸੰਗਤ ਨੂੰ ਲੰਗਰ ਛਕਾਇਆ ਕਿੱਕਰ ਦੇ ਟਾਣੇ ਨੂੰ ਹਿਲਾ ਕੇ, ਇੱਥੇ ਗਿਣਤੀ ਲਿਖੀ ਵੀ 24,000 ਸੰਗਤ ਸੀ। 24,000 ਨੂੰ ਸੰਗਤ ਨੂੰ ਭਾਈ ਲਹਿਣਾ ਜੀ ਨੇ ਗੁਰੂ ਮਹਾਰਾਜ ਬਚਨ ਮੰਨ ਕੇ ਸਾਧ ਸੰਗਤ ਦੀ ਸੇਵਾ ਕੀਤੀ। ਇਵੇਂ ਗੁਰੂ ਕੀ ਸੇਵਾ ਹੁੰਦੀ ਹੈ ਕਿ ਜੋ ਗੁਰੂ ਕਹਿ ਦੇਣ ਉਹੀਓ ਉਸ ਬਚਨ 'ਤੇ ਰਹਿਣਾ। ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਨੇ ਕਿਹਾ ਨਾ ਉਹੀਓ ਕੰਮ ਕਹਿੰਦੇ ਕਮਾ ਭਾਈ, ਜੇ ਤੂੰ ਸੇਵਕ ਸਿੱਖ ਹੈਗਾ ਵਾ। ਗੁਰ ਕੀ ਕਰਨੀ ਕਾਹੇ ਧਾਵੋ, ਗੁਰੂ ਦੀ ਦੱਸੀ ਹੋਈ ਕਰਨੀ ਭਗਤੀ ਤੇ ਤੂੰ ਕਾਹਨੂੰ ਦੌੜਦਾ, ਕਾਹਨੂੰ ਮੁੱਕਰਦਾ, ਕਾਹਨੂੰ ਹੈ ਵੀ ਐਵੇਂ ਨਹੀਂ ਹੋ ਸਕਦਾ, ਐਵੇਂ ਹੋਊਗਾ ਜਿਵੇਂ ਮੈਂ ਕਹਿੰਦਾ। ਵੀ ਚਾਕਰ ਕਹੀਏ ਖਸਮ ਕਾ, ਸੋਹੇ ਉੱਤਰ ਦੇ। ਮਾਲਕ ਦਾ ਚਾਕਰ ਵੀ ਕਹਾਵੇ ਵੀ ਮੈਂ ਫਲਾਣੇ ਦਾ ਨੌਕਰ ਹਾਂ, ਜਦੋਂ ਮਾਲਕ ਕੰਮ ਕਵੇ ਅੱਗੋਂ ਮੋੜਵੇਂ ਜਵਾਬ ਵੀ ਦੇਵੇ ਤਾਂ ਉਹ ਚਾਕਰ ਨਹੀਂ ਕਹੀਦਾ, ਉਹਨੂੰ ਸੇਵਕ ਨਹੀਂ ਕਹੀਦਾ। ਚਾਕਰ ਲੱਗੇ ਚਾਕਰੀ ਨਾਲੇ ਗਾਰ ਵਿਵਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਨਾਲੇ ਚਾਕਰ ਚਾਕਰੀ ਨੌਕਰੀ 'ਚ ਲੱਗ ਜੇ, ਨਾਲੇ ਝਗੜਾ ਕਰੇ ਮਾਲਕ ਨਾਲ, ਐਵੇਂ ਕਿਵੇਂ ਹੋ ਜੂ, ਐਵੇਂ ਕਿਵੇਂ ਬਣ ਜੂਗਾ, ਐਵੇਂ ਤੁਸੀਂ ਕਹੀ ਜਾਂਦੇ ਹੋ ਤੇ ਅੱਧੀ ਰਾਤ ਹੈ ਹੁਣ ਦਿਨੇ ਨਹੀਂ ਕੰਮ ਹੋ ਸਕਦਾ। ਇਹ ਚਾਕਰ ਦੇ ਕੰਮ ਨਹੀਂ ਜਿਹੜਾ ਮੋੜਵੇਂ ਜਵਾਬ ਦਿੰਦਾ ਹੈ।
ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਹੈ, ਉਹ ਚਾਕਰੀ ਨਹੀਂ ਹੈ। ਭਾਈ ਲਹਿਣਾ ਜੀ ਨੇ ਜਵਾਬ ਨਹੀਂ ਦਿੱਤਾ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਆਪਣੇ ਆਪ ਨੂੰ ਗਵਾ ਕੇ ਵੀ ਮੈਂ ਨਹੀਂ ਹਾਂ ਕੁਝ, ਫਿਰ ਗੁਰੂ ਕੀ ਸੇਵਾ ਕਰੇ ਤਾਂ ਕੁਝ ਮਾਣ ਪਾਉਂਦਾ ਜੀਵ, ਜਿਹੜਾ ਕਦੀ ਆਪਣੇ ਸਰੀਰ ਦੀ ਹੰਗਤਾ ਨਾ ਜਣਾਵੇ। ਜਿਵੇਂ ਅਸੀਂ ਕਹਿ ਦਿੰਦੇ ਹਾਂ ਵੀ ਅੱਜ ਤੂੰ ਗੁਰੂ ਘਰ ਕਿਉਂ ਨਹੀਂ ਆਇਆ, ਕਹਿੰਦਾ ਮੇਰਾ ਸਰੀਰ ਢਿੱਲਾ ਸੀ। ਜਿਹੜੇ ਮਨੁੱਖ ਨੇ ਇਹ ਗੱਲ ਕਹਿ ਦਿੱਤੀ ਮੇਰਾ ਸਰੀਰ ਢਿੱਲਾ ਹੀ, ਉਹ ਹਜੇ ਗੁਰੂ ਦੀ ਸਿੱਖਿਆ ਤੋਂ ਬੜਾ ਦੂਰ ਹੈ। ਕਿਉਂਕਿ ਗੁਰੂ ਦੀ ਸਿੱਖਿਆ ਵਿੱਚ ਮੇਰਾ ਸਰੀਰ ਨਹੀਂ ਹੁੰਦਾ, ਉੱਥੇ ਤੇ ਤਨ ਵੀ ਗੁਰੂ ਕਾ, ਮਨ ਵੀ ਗੁਰੂ ਕਾ, ਬਚਨ ਵੀ ਗੁਰੂ ਕਾ ਹੈ। ਉੱਥੇ ਤੇ ਫਿਰ ਇਹ ਕੁਝ ਹੈ, ਉੱਥੇ ਨਹੀਂ ਕਿਹਾ ਜਾਂਦਾ ਮੇਰਾ ਅੱਜ ਮਨ ਨਹੀਂ ਕੀਤਾ, ਜਾਂ ਕਹਿਣਾ ਮਹਾਰਾਜ ਜੀ ਅੱਜ ਤੇ ਰਾਤ ਬੜੀ ਹੈ, ਜਾਂ ਅੱਜ ਠੰਡ ਬੜੀ ਹੈ, ਅੱਜ ਗਰਮੀ ਬੜੀ ਹੈ। ਇਹ ਗੱਲਾਂ ਨਹੀਂ ਉੱਥੇ ਕਹੀਆਂ ਜਾਂਦੀਆਂ। ਉੱਥੇ ਦੇ ਬਸ ਜੇ ਗਰਮੀ ਹੈ ਤਾਂ ਵੀ ਲੱਗ ਹੀ ਜਾਣਾ, ਜੇ ਸਰਦੀ ਤਾਂ ਵੀ ਲੱਗ ਹੀ ਜਾਣਾ। ਇਹ ਭਾਈ ਲਹਿਣਾ ਜੀ ਦੀ ਅਵਸਥਾ ਸੀ। ਗੁਰੂ ਸਾਹਿਬ ਜੀ ਨੇ ਇਹ ਜਿਹੜੀਆਂ ਪ੍ਰੀਖਿਆਵਾਂ ਲਾ ਕੇ ਸੰਗਤ ਨੂੰ ਇਹ ਜਣਾ ਦਿੱਤਾ ਕਿ ਭਾਈ ਸਾਡਾ ਜੋ ਨਾਦੀ ਸਪੁੱਤਰ ਇਹ ਤੇ ਗੁਰਤਾ ਦੇ ਯੋਗ ਹੈ, ਪਰ ਬਿੰਦੀ ਜਿਹੜੇ ਪੁੱਤਰ ਉਹ ਗੁਰਤਾ ਦੇ ਯੋਗ ਨਹੀਂ ਹੈ। ਇੱਕ ਹੁੰਦੇ ਬਿੰਦੀ ਸਪੁੱਤਰ, ਇੱਕ ਹੁੰਦੇ ਨਾਦੀ ਸਪੁੱਤਰ। ਬਿੰਦੀ ਉਹ ਹੁੰਦੇ ਜਿਹੜੇ ਮਾਂ ਪਿਓ ਦੀ ਰਕਤ ਤੋਂ ਪੈਦਾ ਹੋਵੇ। ਹੁਣ ਸਾਹਿਬਜ਼ਾਦੇ ਸਤਿਗੁਰੂ ਜੀ ਦੇ ਆਪਣੇ ਆ, ਇਹ ਬਿੰਦੀ ਸਪੁੱਤਰ। ਨਾਦੀ ਸਪੁੱਤਰ ਉਹ ਹੁੰਦਾ ਜਿਹੜਾ ਗੁਰੂ ਦਾ ਉਪਦੇਸ਼ ਲੈ ਕੇ ਸਿੱਖ ਸੇਵਕ ਬਣ ਜਾਵੇ, ਗੁਰੂ ਦੇ ਹਰ ਬਚਨ 'ਤੇ ਰਵੇ, ਉਹਨੂੰ ਕਹਿੰਦਾ ਨਾਦੀ ਸਪੁੱਤਰ। ਭਾਈ ਲਹਿਣਾ ਜੀ ਹੁਣ ਨਾਦੀ ਸਪੁੱਤਰ ਰਹਿਣਾ, ਮਹਾਰਾਜ ਦਾ ਹੁਕਮ ਉਪਦੇਸ਼ ਲੈ ਕੇ ਸਿੱਖ ਸੇਵਕੀ ਧਾਰਨ ਕੀਤੀ ਅਤੇ ਬਚਨ ਵੀ ਮੰਨਦੇ ਆ। ਇਵੇਂ ਨਾਦੀ ਸਪੁੱਤਰ ਗੁਰੂ ਸਾਹਿਬ ਜੀ ਨੇ ਜਣਾ ਦਿੱਤਾ ਸੰਗਤ ਨੂੰ ਸੰਪੂਰਨ ਪ੍ਰੀਖਿਆਵਾਂ ਵਿੱਚ ਵੀ ਨਾਦੀ ਸਪੁੱਤਰ ਸਾਡੇ 'ਤੇ ਹੱਕਦਾਰ ਹੈਗੇ ਗੁਰਤਾ ਦੇ, ਪਰ ਬਿੰਦੀ ਨਹੀਂ ਹੈਗੇ। ਇਵੇਂ ਸਾਧ ਸੰਗਤ ਜੀ, ਜਿਵੇਂ ਪਿਛਲਾ ਪ੍ਰਸੰਗ ਆਪਾਂ ਜੋ ਕਸਵੱਟੀ ਦਾ ਸ਼ੁਰੂ ਹੋਇਆ ਹੈ, ਇਸੇ ਤਰ੍ਹਾਂ ਅੱਗੇ ਤੋਂ ਅੱਗੇ ਪ੍ਰਸੰਗ ਜਿਹੜੇ ਹੁਣ ਸਮਾਪਤੀ ਹੋਣੀ ਵਾਲੀ ਥੋੜ੍ਹੇ ਦਿਨਾਂ ਤੱਕ, ਜੋ ਭਾਈ ਲਹਿਣਾ ਜੀ ਨੇ ਜਿਵੇਂ ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਉਹ ਪ੍ਰਸੰਗ ਲੜੀਵਾਰ ਰੂਪ ਦੇ ਵਿੱਚ ਹੀ ਕਰਮਵਾਰ ਆਈ ਜਾਣਗੇ। ਆਪਾਂ ਇਸੇ ਤਰ੍ਹਾਂ ਜਿਹੜਾ ਲੜੀਵਾਰ ਵਿੱਚ ਹੀ ਸਰਵਣ ਕਰਦੇ ਜਾਈਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਅਗਲੀ ਕਥਾ ਸਰਵਣ ਕਰਨ ਵਾਸਤੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਜੁਗ ਬਿਖਾ ਬੇਣ ਭੂਪਾਲਾ। ਜਦੋਂ ਸੰਗਤ ਨੇ ਮਠਿਆਈਆਂ ਛਕ ਲਈਆਂ, ਸਾਰੇ ਰੱਜ ਪੁੱਜ ਗਏ, ਬੜੇ ਪ੍ਰਸੰਨ ਹੋਏ। ਆਪੋ ਵਿੱਚ ਹੀ ਬੈਠ ਕੇ ਸੰਗਤਾਂ ਇਹ ਗੱਲ ਕਹਿੰਦੇ ਵੀ ਜੋ ਮਹਾਰਾਜ ਜੀ ਨੇ ਕੌਤਕ ਕਰ ਦਿੱਤਾ, ਐਸਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਹੈ। ਵੀ ਐਸੀ ਕਲਾ ਵਰਤਾ ਦਿੱਤੀ ਹੈ। ਧੰਨ ਹਨ ਗੁਰੂ ਨਾਨਕ ਸਾਹਿਬ ਜੀ, ਧੰਨ ਹਨ ਉਹਨਾਂ ਦੇ ਸੇਵਕ ਆਗਿਆ ਮੰਨਣ ਵਾਲੇ, ਜਿਨ੍ਹਾਂ ਨੇ ਗੁਰੂ 'ਤੇ ਦ੍ਰਿੜ ਨਿਸ਼ਚਾ ਕੀਤਾ ਹੈ, ਪੱਕਾ ਨਿਸ਼ਚਾ ਕੀਤਾ ਹੈ। ਜਿਹੜੇ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਜਿਹੜੇ ਆਪਣੇ ਪਿਆਰੇ ਦੇ ਭਰੋਸੇ ਕਰਕੇ ਲਾਡ ਲਡਾਉਂਦੇ ਆ, ਮੰਨ ਲੈਂਦੇ ਬਚਨ। ਸੰਗਤਾਂ ਬੜੀਆਂ ਖੁਸ਼ ਹੋਈਆਂ। ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜਿੱਧਰ ਹੀ ਜਾਂਦੇ ਆ ਨਾ, ਥੋੜ੍ਹੇ ਜਿਹੇ ਕਦਮ ਹੀ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਪਿੱਛੇ ਨਾਲ ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇਵੇਂ ਮਹਿਮਾ ਕਰਦੇ ਆ। ਕੁਝ ਸਿਆਣੇ ਜਿਹੜੇ ਵਿਦਵਾਨ ਸਮਝਦਾਰ ਸਿੱਖੋ ਕਹਿੰਦੇ ਜਿਵੇਂ ਸਤਿਯੁਗ ਦੇ ਵਿੱਚ ਇਹ ਬੇਣ ਰਾਜਾ ਹੋਇਆ ਇੱਕ, ਇਹ ਪ੍ਰਿਥੂ ਦਾ ਪਿਤਾ ਹੈ ਸੀ।
ਸਤਯੁਗ ਵਿੱਚ ਰਾਜ ਰਿਸ਼ੀ ਹੋਇਆ ਹੈ ਬੇਣ ਰਾਜਾ। ਕਲੀ ਕਾਲ ਵਰਤਾਏ ਵਿਸਾਲਾ। ਤੇ ਉਹ ਕਹਿੰਦੇ ਜਿਵੇਂ ਸਤਯੁਗ ਵਿੱਚ ਬੇਣੂ ਰਾਜਾ ਹੋਇਆ ਰਾਜ ਰਿਸ਼ੀ ਰਾਜ, ਤੇ ਉਹਨੇ ਕਲਯੁਗ ਦੇ ਵਿੱਚ ਬੜਾ ਤਗੜਾ ਜਿਹੜਾ ਹੈ ਸਤਯੁਗ ਵਿੱਚ ਕਲਯੁਗ ਦਾ ਸਮਾਂ ਵਰਤਾ ਦਿੱਤਾ ਸੀ। ਇਹਦੇ ਸਮੇਂ ਦੇ ਵਿੱਚ ਇਹਨੇ ਬ੍ਰਾਹਮਣਾਂ ਦੇ ਉਲਟੀ ਕਿਰਿਆ ਸ਼ੁਰੂ ਕਰ ਦਿੱਤੀ ਸੀ। ਚੋਰ ਦੁਸ਼ਟ ਅਗ ਕਰਤ ਅਨੇਕਾ। ਜਿਹੜੇ ਚੋਰ ਦੁਸ਼ਟ ਅਨੇਕਾਂ ਹੀ ਪਾਪ ਕਰ ਰਹੇ ਸਨ, ਪਾਪ ਕਰਦੇ ਸੀ ਇਹਦੇ ਰਾਜ ਵਿੱਚ। ਨਹਿ ਸਤ ਸੰਗਤ ਹੋਇ ਨਾ ਵਿਵੇਕਾ। ਇਸ ਬੇਣੂ ਰਾਜ ਦੇ ਸਮੇਂ ਵਿੱਚ ਜਦੋਂ ਇਹ ਗੱਦੀ ਤੇ ਬੈਠਾ ਹੈ, ਨਾ ਸਤ ਸੰਗਤ ਹੁੰਦੀ ਸੀ, ਫਿਰ ਨਾ ਹੀ ਜੀਵ ਈਸ਼ ਦੀ ਏਕਤਾ ਦੀ ਵਿਚਾਰ ਹੁੰਦੀ ਸੀ, ਨਾ ਗਿਆਨ ਦੀ ਵਿਚਾਰ ਹੁੰਦੀ ਸੀ ਕਿਸੇ ਪਾਸੇ। ਸੋ ਸਤਜੁਗ ਕਲ ਕਾਲ ਮਝਾਰਾ। ਕਹਿੰਦੇ ਉਹ ਸਤਜੁਗ ਕਲਯੁਗ ਦੇ ਸਮੇਂ ਵਿੱਚ ਪ੍ਰਗਟ ਕੀਨ ਤਬ ਪ੍ਰਭੂ ਉਦਾਰਾ। ਜੋ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਹੈ, ਉਹਨਾਂ ਨੇ ਜੋ ਉਦਾਰ ਚਿੱਤ ਹੈ, ਉਹਨਾਂ ਸਤਿਗੁਰੂ ਜੀ ਨੇ ਕਲਯੁਗ ਵਿੱਚ ਸਤਿਯੁਗ ਵਰਤਾ ਦਿੱਤਾ। ਕਹਿੰਦੇ ਪ੍ਰਗਟ ਕਰ ਦਿੱਤਾ ਵੀ ਉੱਧਰ ਬੇਣੂ ਰਾਜੇ ਨੇ ਤੇ ਸਤਿਯੁਗ ਵਿੱਚ ਕਲਯੁਗ ਵਰਤਾ ਦਿੱਤਾ ਸੀ, ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਸਮਾਂ ਜਿਹੜਾ ਨਾ ਸਤਿਯੁਗ ਵਾਲਾ ਕਲਯੁਗ ਵਿੱਚ ਲਿਆ ਕੇ ਵਰਤਾ ਦਿੱਤਾ ਹੈ। ਉਹ ਐਵੇਂ ਥੋੜ੍ਹੀ ਕਥਾ ਆਉਂਦੀ ਵੀ ਜਿਹੜਾ ਬੇਣੂ ਰਾਜਾ ਸੀ, ਇਹਦਾ ਗੁਰੂ ਸੀ ਸ਼ੁਕਰਾਚਾਰੀਆ, ਜੋ ਦੈਂਤਾਂ ਦਾ ਗੁਰੂ ਸੀ। ਉਹਦੀ ਲੜਕੀ ਸੀ ਦੇਵਯਾਨੀ, ਤੇ ਬੇਣੂ ਰਾਜੇ ਜੋ ਪ੍ਰਿਥੂ ਦਾ ਪਿਤਾ ਸੀ, ਇਹਨੇ ਉਹਦਾ ਸਤ ਭੰਗ ਕਰ ਦਿੱਤਾ, ਜਿਸ ਕਰਕੇ ਫਿਰ ਸ਼ੁਕਰਾਚਾਰੀ ਨੇ ਸ਼ਰਾਪ ਦਿੱਤਾ ਵੀ ਤੂੰ ਐਵੇਂ ਦੇ ਕੰਮ ਕੀਤਾ ਹੈ ਨਾ, ਜੇ ਤੇਰੇ ਰਾਜ ਵਿੱਚ ਹੁਣ 10,000 ਵਰ੍ਹਾ ਬਾਰਿਸ਼ ਨਹੀਂ ਹੋਏਗੀ, ਨਾ ਬਾਰਿਸ਼ ਹੋਏਗੀ, ਤੇ ਆਕਾਸ਼ ਵਿੱਚੋਂ ਰੇਤਾ ਕੰਕਰਾਂ ਧੂੜ ਕੱਟਾ ਮਿੱਟੀ ਕੱਟਾ ਜਿਹੜਾ ਡਿੱਗੇਗਾ ਧਰਤੀ 'ਤੇ, ਜਿਸ ਕਰਕੇ ਕਾਲ ਪੈ ਜਾਏ। ਉਹਨੇ ਸ਼ਰਾਪ ਦੇ ਦਿੱਤਾ। ਫਿਰ ਕਹਿੰਦੇ ਵੀ ਇਹਦੇ ਸਮੇਂ ਵਿੱਚ 10,000 ਵਰ੍ਹਾ ਕੋਈ ਮੀਂਹ ਨਹੀਂ ਪਿਆ, ਤੇ ਬਹੁਤ ਜਿਹੜਾ ਹੈ ਮਿੱਟੀ ਘੱਟਾ ਕੰਕਰਾਂ ਰੇਤਾ ਹੀ ਡਿੱਗਦੀ ਰਹੀ ਆਕਾਸ਼ ਵਿੱਚੋਂ। ਫਿਰ ਜਦੋਂ ਕਾਲ ਪੈ ਗਿਆ ਤੇ ਲੋਕ ਜਿਹੜੇ ਆ ਫਿਰ ਚੋਰ ਬਣ ਗਏ, ਦੁਸ਼ਟ ਬਣ ਗਏ, ਮਾਰ ਘਾੜ ਸ਼ੁਰੂ ਕਰ ਦਿੱਤੀ ਤੇ ਲੁੱਟਣਾ ਸ਼ੁਰੂ ਕਰ ਦਿੱਤਾ। ਬੇਅੰਤੀ ਉਹ ਪਾਪ ਕਰਨੇ ਨਾ ਸ਼ੁਰੂ ਕਰ ਦਿੱਤੇ, ਤੇ ਲੋਕ ਕਹਿਣ ਲੱਗ ਪਏ ਵੀ ਸਤਿਯੁਗ ਕਾਹਦਾ, ਇਹਦੇ ਬੇਣੂ ਰਾਜੇ ਨੇ ਤੇ ਸਤਿਯੁਗ ਵਿੱਚ ਹੀ ਕਲਯੁਗ ਵਰਤਾ ਦਿੱਤਾ, ਬੁਰੀ ਹਾਲਤ ਕਰ ਦਿੱਤੀ ਹੈ। ਇੱਥੇ ਸਤਿਯੁਗ ਤੇ ਰਿਹਾ ਕੋਈ ਨਹੀਂ ਹੈ, ਸਭ ਪਾਸੇ ਦੁਸ਼ਟ ਚੋਰ ਹੀ ਜਿਹੜੇ ਆ ਉਹੀਓ ਨਮਕ ਹਰਾਮੀ ਕਰ ਕਰਕੇ ਲੁੱਟ ਖਸੁੱਟ ਕਰ ਰਹੇ ਹੈ। ਤੇ ਉੱਧਰ ਤੇ ਇਹ ਕੁਝ ਕਰ ਦਿੱਤਾ ਸੀ ਬੇਣੂ ਰਾਜੇ ਦੇ ਸਮੇਂ ਵਿੱਚ, ਪਰ ਸਿੱਖ ਜਿਹੜੇ ਆ ਆਪੋ ਵਿੱਚ ਹੀ ਗੱਲਾਂ ਕਰ ਰਹੇ ਵੀ ਉਹਨੇ ਤੇ ਕਲਯੁਗ ਵਰਤਾ ਦਿੱਤਾ ਸੀ ਸਤਿਯੁਗ ਵਿੱਚ। ਇੱਧਰ ਗੁਰੂ ਨਾਨਕ ਸਾਹਿਬ ਜੀ ਨੇ ਕਲਯੁਗ ਵਿੱਚ ਸਤਿਯੁਗ ਵਰਤਾ ਦਿੱਤਾ ਹੈ। ਵੀ ਵੱਡੇ ਵੱਡੇ ਪਾਪੀ ਕੌਡੇ ਰਾਖਸ਼ ਵਰਗੇ ਜਿਹੜੇ ਸੁਧਾਰ ਦਿੱਤੇ, ਫਿਰ ਭੂਮੀਏ ਚੋਰ ਵਰਗੇ ਜਿਹੜੇ ਚੋਰ ਨਾਸ਼ ਕਰ ਦਿੱਤੇ, ਦੁਸ਼ਟਾਂ ਦਾ ਨਾਸ਼ ਕਰ ਦਿੱਤਾ, ਸਭ ਨੂੰ ਸੁਧਾਰ ਦਿੱਤਾ, ਸਿੱਧੇ ਰਾਹ ਪਾ ਦਿੱਤਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਨੇ ਤੇ ਜਨਕ ਰਾਜ ਵਰਤਾਇਆ, ਸਤਿਯੁਗ ਆਲੀਣਾ, ਗਿਆਨ ਦਾ ਰਾਜ ਵਰਤਾ ਦਿੱਤਾ ਕਲਯੁਗ ਵਿੱਚ, ਤੇ ਸਤਿਯੁਗ ਹੀ ਲੀਨ ਕਰ ਦਿੱਤਾ ਹੈ ਕਲਯੁਗ ਵਿੱਚ ਲਿਆ ਕੇ। ਐਵੇਂ ਸਿੱਖ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਪਰਮੇਸ਼ਰ ਰੂਪ ਜੀ ਨੇ ਇੱਥੇ ਸਤਿਯੁਗ ਵਿੱਚ ਹੀ ਕਲਯੁਗ ਦਾ ਹੀ ਸਮਾਂ ਜਿਹੜਾ ਕਲਯੁਗ ਵਿੱਚ ਸਤਿਯੁਗ ਹੀ ਪ੍ਰਗਟ ਕਰ ਦਿੱਤਾ ਹੈ। ਜਹਾਂ ਤਹਾਂ ਹੋਏ ਰਹਿਓ ਸਤ ਸੰਗਾ। ਜਿੱਥੇ ਕਿੱਥੇ ਵੀ ਸਤਸੰਗ ਹੀ ਹੋ ਰਿਹਾ ਹੈ। ਸਤ ਨਾਮ ਸਿਮਰਹਿ ਦੁਖ ਭੰਗਾ। ਸਿੱਖ ਸੰਗਤਾਂ ਜੋ ਦੁੱਖਾਂ ਨੂੰ ਭੰਗ ਨਾਸ ਕਰਨ ਵਾਲਾ, ਖਤਮ ਕਰਨ ਵਾਲਾ ਸਤਿਨਾਮ ਵਾਹਿਗੁਰੂ ਉਹੀਓ ਸਿਮਰਦੇ ਹਨ। ਮਿਲਹਿ ਵਿਚਾਰਹਿ ਗਾਵਹਿ ਕੀਰਤਾ। ਗੁਰੂ ਸਾਹਿਬ ਜੀ ਦੀ ਬਾਣੀ ਦੀ ਮਿਲ ਕੇ ਵਿਚਾਰ ਕਰਦੇ, ਸਤ ਸੰਗਤ ਵਿੱਚ ਬੈਠ ਕੇ ਫਿਰ ਕੀਰਤਨ ਰੂਪ ਵਿੱਚ ਸ਼ਬਦ ਗਾਉਂਦੇ ਹੈ, ਜਾਂ ਮਿਲ ਕੇ ਵਿਚਾਰਾਂ ਕਰਦੇ ਹੈ,
ਤੇ ਜਿਹੜੇ ਗੁਰਬਾਣੀ ਦੇ ਕੀਰਤਨ ਨੂੰ ਗਾਉਂਦੇ ਹੈ, ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜਸ ਨੂੰ ਗਾਉਂਦੇ ਹੈ। ਸੋਭਾ ਸਗਲ ਜਗਤ ਬਿਸਤੀ ਰਤਾ। ਸਾਰੇ ਸੰਸਾਰ ਵਿੱਚ ਜਿਹੜੀ ਗੁਰੂ ਮਹਾਰਾਜ ਦੀ ਸੋਭਾ ਫੈਲ ਰਹੀ ਸੀ। ਜੈ ਜੈਕਾਰ ਹੋਤ ਚਾਹ ਫੇਰਾ। ਚਾਰ ਚੁਫੇਰੇ ਉੱਤਰ ਪੂਰਬ ਪੱਛਮ ਦੱਖਣ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੈ ਹੋਵੇ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਫਤਿਹ ਹੋਵੇ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਿੱਤ ਹੋਵੇ। ਜੈ ਜੈਕਾਰੀ ਹੁੰਦੀ ਪਈ ਸੀ। ਉਗਮਤ ਸਭ ਕਾ ਪ੍ਰੇਮ, ਉਮਗਤ ਸਭ ਕਾ ਪ੍ਰੇਮ ਕਨੇਰਾ। ਉਮਗਤ ਤੇ ਬਹੁਤ ਜਿਹੜਾ ਮਹਾਨ ਪ੍ਰੇਮ ਵੀ ਸਾਰਿਆਂ ਦੇ ਹਿਰਦੇ ਵਿੱਚ ਉਛਲ ਰਿਹਾ ਸੀ। ਮਾਨਵ ਮਿਲੇ ਅਨੇਕ ਹਜ਼ਾਰਾ। ਅਨੇਕਾਂ ਹੀ ਹਜ਼ਾਰਾਂ ਹੀ ਮਨੁੱਖ ਆਣ ਆਣ ਕੇ ਮਿਲੇ ਐ। ਸਰਬ ਦੇਗ ਤੇ ਖਾਏ ਆਹਾਰਾ। ਗੁਰੂ ਸਾਹਿਬ ਜੀ ਦੀ ਮਹਾਨ ਮੌਜ ਹੈ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਹੀ ਮਨੁੱਖ ਆਣ ਆਣ ਕੇ ਸੰਗਤ ਗੁਰੂ ਵਿੱਚ ਮਿਲ ਰਹੇ ਹੈ ਤੇ ਸਾਰੇ ਗੁਰੂ ਕੇ ਲੰਗਰਾਂ ਵਿੱਚੋਂ ਹੀ ਭੋਜਨ ਛਕਦੇ ਐ। ਦਰਬ ਉਪਾਇ ਨਾਨਹ ਕੋਈ। ਜਿਵੇਂ ਕੋਈ ਜਿਹੜਾ ਪੈਸੇ ਲਿਆ ਕੇ ਭੇਟਾ ਕਰਦਾ ਤੇ ਕੋਈ ਵਸਤਰ ਹੋਰ ਛਕਣ ਵਾਲੀਆਂ ਵਸਤਾਂ ਆਣ ਕੇ ਭੇਟਾ ਕਰਦਾ ਹੈ। ਕਿਤ ਤੇ ਲਹਿ ਕੀ ਕਰਦਾ ਜੀ, ਕਿਹ ਤੇ ਲਹਿ ਨਾ ਫੇਰਹ ਸੋਈ। ਪਰ ਗੁਰੂ ਮਹਾਰਾਜ ਦੀ ਮੌਜ ਹੈ ਵੀ ਕਿਸੇ ਤੋਂ ਨਾ ਤੇ ਪੈਸਾ ਲੈਂਦੇ ਐ, ਨਾ ਕੋਈ ਕੱਪੜਾ ਹੀ ਲੈਂਦੇ ਐ, ਸਗੋਂ ਵਾਪਸ ਕਰ ਦਿੰਦੇ, ਮੋੜ ਦਿੰਦੇ, ਭਾਈ ਨਹੀਂ ਲੈਣਾ ਹੈ। ਸਵਾ ਜਾਮ ਨਿਸ ਜਾਹੇ ਸਨਾਨਾ। ਸਵਾ ਪੈਰ ਰਾਤ ਰਹਿੰਦਿਆਂ ਗੁਰੂ ਮਹਾਰਾਜ ਰਾਵੀ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਹੈ। ਜਲ ਮਹਿ ਤਿਸ ਟੈ ਕਿਰਪਾ ਨਿਧਾਨਾ। ਕਿਰਪਾ ਦੇ ਸਮੁੰਦਰ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਰਾਵੀ ਨਦੀ ਦੇ ਜਲ ਵਿੱਚ ਜਾ ਖੜੋਂਦੇ ਹੈ। ਭੋਰ ਹੋਤ ਲੋ ਠਾਂਡੇ ਰਹੀ। ਸਵੇਰ ਹੁੰਦਿਆਂ ਤੱਕ ਸਤਿਗੁਰੂ ਜੀ ਖੜੇ ਰਹਿੰਦੇ ਹੈ ਜਲ ਵਿੱਚ। ਕੰਠ ਸਮਾਨ ਜਾਹੇ ਜਲ ਅਹੀ। ਜਿੱਥੇ ਨਦੀ ਵਿੱਚ ਜਲ ਆ ਗਲੇ ਸਮਾਨ ਹੈ, ਕੰਠ ਸਮਾਨ ਹੈ, ਭਾਵ ਜਿੱਥੇ ਤੱਕ ਗਲਾ ਡੁੱਬਦਾ, ਜਿੱਥੇ ਇੰਨਾ ਡੂੰਘਾ ਪਾਣੀ ਹੈ, ਮਹਾਰਾਜ 2:15 ਵਜੇ ਜਾ ਕੇ ਨਦੀ ਵਿੱਚ ਖੜ ਜਾਂਦੇ ਹੈ ਤੇ ਗਲੇ ਤੱਕ ਜਲ ਹੁੰਦਾ, ਉਹਦੇ ਵਿੱਚ ਮਹਾਰਾਜ ਖੜਿਆਂ ਹੀ ਰਹਿੰਦੇ ਸਵੇਰ ਹੁੰਦੇ ਤੱਕ। ਲਹਿਣਾ ਜਾਏ ਸੰਗ ਤਿਹ ਕਾਲਾ। ਬਾਕੀ ਸਾਰੀ ਸੰਗਤ ਗੁਰੂ ਕੀ ਇੱਥੇ ਧਰਮਸ਼ਾਲਾ ਵਿੱਚ ਹੀ ਰਹਿੰਦੀ ਹੈ। ਕਥਾ ਕੀਰਤਨ ਚੱਲਦਾ ਹੈ, ਲੰਗਰ ਚੱਲਦੇ ਆ, ਸੰਗਤਾਂ ਵੱਧ ਚੜ੍ਹ ਕੇ ਆਣ ਕੇ ਮੱਥੇ ਟੇਕਦੀਆਂ। ਪਰ ਕਹਿੰਦੇ ਇੱਕੋ ਇੱਕ ਜੋ ਭਾਈ ਲਹਿਣਾ ਜੀ ਹੈ, ਸਤਿਗੁਰੂ ਜੀ ਨਾਲ ਉਸ ਸਮੇਂ ਤੜਕੇ ਨਾਲ ਹੀ ਜਾਂਦੇ ਹੈ। ਸੇਵਹਿ ਸਤਿਗੁਰ ਚਰਨ ਰਸਾਲਾ। ਜੋ ਸੋਹਣੇ ਸਤਿਗੁਰੂ ਮਹਾਰਾਜ ਜੀ ਹਨ, ਉਹਨਾਂ ਦੇ ਸੋਹਣੇ ਚਰਨਾਂ ਦੀ ਸੇਵਾ ਕਰਦੇ ਭਾਈ ਲਹਿਣਾ ਜੀ। ਹਿਮ ਰੁੱਤ ਹੋਤੀ ਸੀਤ ਅਧਿਕਾਈ। ਉਸ ਵੇਲੇ ਜਦੋਂ ਮਹਾਰਾਜ ਇਸ਼ਨਾਨ ਕਰਨ ਜਾਂਦੇ ਹੈ, ਕਹਿੰਦੇ ਹਿਮ ਰੁੱਤ ਸੀ, ਜਿਹਦੇ ਕਰਕੇ ਬਹੁਤ ਠੰਡ ਸੀ, ਭਾਵ ਪੋਹ ਮਾਘ ਦੇ ਦਿਨ ਸਨ। ਅਤੇ ਪੋਹ ਮਾਘ ਦੇ ਦਿਨਾਂ ਵਿੱਚ ਹੀ ਮਹਾਰਾਜ ਰਾਵੀ ਨਦੀ 'ਚ ਜਾ ਕੇ ਗਲ ਜਿੰਨੇ ਪਾਣੀ ਵਿੱਚ ਖੜ੍ਹ ਕੇ ਵਿੱਚ ਖੜੋਤੇ ਰਹਿੰਦੇ 3-3 4-4 ਘੰਟੇ ਸਤਿਗੁਰੂ ਮਹਾਰਾਜ। ਇਵੇਂ ਪੋਹ ਮਾਘ ਦੇ ਮਹੀਨਿਆਂ ਵਿੱਚ ਮਹਾਰਾਜ ਜਲ ਵਿੱਚ ਜਾਂਦੇ ਇਸ਼ਨਾਨ ਕਰਨ, ਜਿੱਥੇ ਠੰਡ ਵੀ ਬਹੁਤ ਸੀ। ਇੱਕ ਦਿਨ ਪੁਨ ਬਰਖਾ ਬਰਖਾਈ। ਗੁਰੂ ਸਾਹਿਬ ਜੀ ਦੀ ਕਸਵੱਟੀ ਹੈ, ਮਹਾਰਾਜ ਦੀ ਮੌਜ ਹੈ। ਇੱਕ ਦਿਨ ਕਹਿੰਦੇ ਫਿਰ ਵਰਸ਼ਾ ਜਿਹੜੀ ਬਾਰਿਸ਼ ਬਹੁਤ ਵਰਸ਼ਾ ਦਿੱਤੀ ਹੈ, ਤੜਕੇ ਮੀਂਹ ਬੜਾ ਸ਼ੁਰੂ ਕਰ ਦਿੱਤਾ ਹੈ। ਜਲ ਮਹਿ ਪਾਠੇ ਗੁਣੀ ਗਹੀਰੰ। ਸਤਿਗੁਰੂ ਮਹਾਰਾਜ ਤੇ ਜੋ ਗੁਣਾਂ ਦੇ ਸਮੁੰਦਰ ਹੈ, ਜਲ ਵਿੱਚ ਜਾ ਪ੍ਰਵੇਸ਼ ਹੋਏ, ਫਿਰ ਖੜ ਗਏ ਹੈ ਮੀਂਹ ਦੇ ਵਿੱਚ ਹੀ। ਲਹਿਣਾ ਬੈਠਿਓ ਸਰਤਾ ਤੀਰੰ। ਭਾਈ ਲਹਿਣਾ ਜੀ ਵੀ ਨਾਲ ਹੀ ਜਾਂਦੇ ਸਨ ਤੇ ਜੋ ਰਾਵੀ ਨਦੀ ਹੈ ਉਹਦੇ ਕਿਨਾਰੇ ਤੇ ਭਾਈ ਲਹਿਣਾ ਜੀ ਜਾ ਬੈਠੇ ਹੈ। ਭਇਓ ਸੀਤ ਤਿਹ ਕਾਲ ਵਿਸਾਲਾ। ਬਾਰਿਸ਼ ਬੜੀ ਤੇਜ਼ ਹੈ, ਜਿਸ ਕਰਕੇ ਉਸ ਸਮੇਂ ਕਹਿੰਦੇ ਬਹੁਤ ਤਕੜੀ ਭਾਈ ਲਹਿਣਾ ਜੀ ਨੂੰ ਠੰਡ ਲੱਗੀ ਹੈ। ਭੀਗੇ ਚੀਰ ਨੀਰ ਕੇ ਨਾਲਾ। ਪਾਣੀ ਤੇਜ਼ ਵਰਸ ਰਿਹਾ ਸੀ, ਪਾਣੀ ਦੇ ਨਾਲ
ਭਾਈ ਲਹਿਣਾ ਜੀ ਦੇ ਸਾਰੇ ਬਸਤਰ ਜਿਹੜੇ ਉਹ ਭਿੱਜ ਗਏ। ਸਰਦੀ ਤਬ ਲਹਿਣੇ ਕੋ ਵਿਆਪੀ। ਹੁਣ ਜਦੋਂ ਆਪ ਜੀ ਨੂੰ ਪਤਾ ਭਾਵੇਂ ਗਰਮੀ ਵੀ ਹੋਵੇ, ਮੀਂਹ ਉੱਪਰ ਪੈ ਜਾਏ ਤੇ ਜ਼ਿਆਦਾ ਠੰਡ ਲੱਗਦੀ ਤੇ ਕੱਪੜੇ ਗਿੱਲੇ ਹੋ ਜਾਣ। ਹੁਣ ਵਸਤਰ ਜਿਹੜੇ ਗਿੱਲੇ ਹੋ ਗਏ ਆ, ਤਦੋਂ ਭਾਈ ਲਹਿਣਾ ਜੀ ਨੂੰ ਸਰਦੀ ਵੀ ਬਹੁਤ ਲੱਗੀ ਹੈ। ਥਰ ਥਰ ਸੀਤ ਸੰਗ ਦੇਹ ਕਾਂਪੀ। ਜਿਸ ਕਰਕੇ ਠੰਡ ਨਾਲ ਦੇਹ ਥਰ ਥਰ ਕੇ ਕੰਬੀ ਹੈ, ਬੜਾ ਕਾਂਬਾ ਛਿੜਿਆ ਹੈ। ਦੰਤ ਜਟੇ ਮੁਖ ਜਾਏ ਨਾ ਬੋਲਾ। ਦੰਦ ਜਿਹੜੇ ਆ ਉਹ ਜੁੜ ਗਏ ਆ, ਮੁੱਖੋਂ ਕੋਈ ਬੋਲ ਹੀ ਨਹੀਂ ਬੋਲਿਆ ਜਾਂਦਾ, ਇਵੇਂ ਦੰਦੋ ਡਿੱਕੇ ਜੇ ਵੱਜ ਰਹੇ ਐ। ਪਰਿਓ ਧਰਾ ਪਨ ਹੋਏ ਅਡੋਲਾ। ਇੰਨੀ ਠੰਡ ਲੱਗੀ ਹੈ, ਕਹਿੰਦੇ ਭਾਈ ਲਹਿਣਾ ਜੀ ਉੱਥੇ ਬੈਠੇ ਬੈਠੇ ਮੀਂਹ ਵਿੱਚ ਅਡੋਲ ਹੋ ਕੇ ਧਰਤੀ ਤੇ ਜਾ ਪਏ ਐ। ਭਾਵ ਡੋਲਣ ਤੋਂ ਰਹਿਤ ਮਦਹੋਸ਼ ਜੇ ਹੋ ਕੇ ਡਿੱਗ ਪਏ ਧਰਤੀ ਉੱਪਰ। ਨਹ ਸੁਧਈ ਖਦ ਰਹੀ ਸਰੀਰਾ। ਸਰੀਰ ਦੀ ਤੇ ਜਿਹੜੀ ਹੋਸ਼ ਹੈ ਥੋੜੀ ਮਾਤਰ ਵੀ ਰਹੀ ਨਹੀਂ ਵੀ ਕਿੱਥੇ ਡਿੱਗ ਪਏ ਹਾਂ। ਘਰ ਤੇ ਗਿਰੇ ਜੋ ਗੁਰ ਕੇ ਚੀਰਾ। ਜੋ ਸਤਿਗੁਰ ਜੀ ਦੇ ਬਸਤਰ ਸਨ ਹੱਥਾਂ ਵਿੱਚ, ਚਾਦਰਾ ਆਦਿਕ, ਉਹ ਕਹਿੰਦੇ ਗੁਰੂ ਦੇ ਕੱਪੜੇ ਵੀ ਥੱਲੇ ਡਿੱਗ ਪਏ ਐ। ਤਿਹ ਸ਼ਨ ਨਿਕਸੇ ਵਹਰ ਗੁਸਾਈ। ਭਾਈ ਲਹਿਣਾ ਜੀ ਨੂੰ ਡਿੱਗਿਆਂ ਦੇਖ ਕੇ ਉਸ ਸਮੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਰਾਵੀ ਨਦੀ ਤੋਂ ਬਾਹਰ ਨਿਕਲੇ ਐ। ਵਿਖਿਓ ਦਾਸ ਸੁਧ ਜਾਹੇ ਨਾ ਕਾਈ। ਆਪਣਾ ਦਾਸ ਸੇਵਕ ਭਾਈ ਲਹਿਣੇ ਨੂੰ ਦੇਖਿਆ ਹੈ, ਜਿਸ ਨੂੰ ਆਪਣੇ ਸਰੀਰ ਦੀ ਕੋਈ ਖਬਰ ਸਾਰ ਹੋਸ਼ ਹੈ ਹੀ ਨਹੀਂ ਹੈ। ਭੀਗ ਸਰੀਰ ਚੀਰ ਗੇ ਜਾ ਕੇ। ਜਿਸ ਭਾਈ ਲਹਿਣਾ ਦਾਸ ਜੀ ਦੇ ਸਾਰੇ ਕਹਿੰਦੇ ਜਿਹੜੇ ਸਰੀਰ ਤੇ ਧਾਰਨ ਕੀਤੇ ਹੋਏ ਵਸਤਰ ਹੈ ਉਹ ਭਿੱਜ ਗਏ ਸਨ ਜਲ ਨਾਲ। ਪਰੇ ਅਚੇਤ ਅੰਗ ਛਿਤ ਤਾਂ ਕੇ। ਤੇ ਭਾਈ ਲਹਿਣਾ ਜੀ ਦੇ ਜਿਹੜੇ ਸਰੀਰ ਦੇ ਅੰਗ ਹੈ, ਭਾਵ ਸਾਰਾ ਸਰੀਰ ਧਰਤੀ ਉੱਪਰ ਐ ਅਚੇਤ ਹੋ ਕੇ ਡਿੱਗਿਆ ਪਿਆ, ਭਾਵ ਕੋਈ ਹੋਸ਼ ਨਹੀਂ, ਕੋਈ ਸੁਚੇਤ ਪੁਣਾ ਸਾਵਧਾਨਾ ਪੁਣਾ ਹੈ ਨਹੀਂ। ਪਦ ਪੰਕਜ ਤਨ ਸੋ ਪਰਸਾਇਓ। ਗੁਰੂ ਸਾਹਿਬ ਜੀ ਮੌਜ ਵਿੱਚ ਆ ਕੇ ਆਪਣਾ ਜੋ ਚਰਨ ਕਮਲ ਹੈ ਭਾਈ ਲਹਿਣਾ ਜੀ ਦੇ ਸਰੀਰ ਨੂੰ ਸੁਹਾਇਆ ਹੈ। ਸਰਬ ਅੰਗ ਤੇ ਸੀਤ ਨਸਾਇਓ। ਐਸੀ ਕਲਾ ਵਰਤੀ ਸਾਰੇ ਅੰਗਾਂ ਤੋਂ ਜਿਹੜੀ ਠੰਡ ਜੀ ਨਸਾ ਦਿੱਤੀ ਹੈ, ਦੂਰ ਕਰ ਦਿੱਤੀ ਹੈ। ਭਾਈ ਉਸ਼ਨਤਾ ਸੁਧ ਹੋਇ ਆਈ। ਸਰੀਰ ਵਿੱਚ ਬੜੀ ਗਰਮੀ ਆ ਗਈ ਹੈ, ਗਰਮੀ ਹੋ ਆਈ ਹੈ ਤੇ ਭਾਈ ਲਹਿਣਾ ਜੀ ਨੂੰ ਗਰਮੀ ਜੀ ਆਉਣੇ ਕਰਕੇ ਸਰੀਰ ਦੀ ਹੋਸ਼ ਆ ਗਈ ਹੈ। ਦੇਖ ਪਰਿਓ ਪਾਇ ਨ ਲਪਟਾਈ। ਦੇਖ ਕੇ ਵੀ ਮਹਾਰਾਜ ਜੀ ਕੋਲਾ ਖੜੇ ਹੈ ਤੇ ਮੈਂ ਲੇਟਿਆ ਹੋਇਆ, ਉਸੇ ਵੇਲੇ ਉੱਠੇ ਛੇਤੀ ਛੇਤੀ ਗੁਰੂ ਦੇ ਚਰਨਾਂ ਨਾਲ ਲੱਗ ਗਏ ਐ। ਬੂਝਿਓ ਦਾਸ ਤਬ ਹੈ ਜਗਨਾਥਾ। ਤਦੋਂ ਸਤਿਗੁਰੂ ਮਹਾਰਾਜ ਜੀ ਨੇ ਪੁੱਛਿਆ ਆਪਣੇ ਦਾਸ ਭਾਈ ਲਹਿਣਾ ਜੀ ਨੂੰ, ਕੌਣ ਹਾਲ ਬੀਤਿਓ ਤੁਝ ਸਾਥਾ। ਪੁਰਖਾ ਤੇਰੇ ਨਾਲ ਵੀ ਕਿਹੜਾ ਹਾਲ ਬੀਤਿਆ, ਕੀ ਹੋਇਆ ਤੈਨੂੰ? ਬੋਲਿਓ ਲਹਿਣਾ ਦੁਆ ਕਰ ਜੋਰੀ। ਉਸ ਵੇਲੇ ਭਾਈ ਲਹਿਣਾ ਜੀ ਦੋਵੇਂ ਹੱਥ ਜੋੜ ਕੇ ਬੋਲਿਆ ਸਤਿਗੁਰਾਂ ਜੀ ਨਾਲ, ਸੁਣੀਏ ਪ੍ਰਭੂ ਦਸਾ ਜਸ ਮੋਰੀ। ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਮੇਰਾ ਬਚਨ ਸੁਣੀਏ, ਜਿਵੇਂ ਮੇਰੀ ਹਾਲਤ ਹੋਈ ਹੈ। ਬਸਤਰ ਭੀਜ ਭਾਸੀਤ ਕਨੇਰਾ। ਮਹਾਰਾਜ ਬਾਰਿਸ਼ ਬਹੁਤ ਹੋ ਰਹੀ, ਆਪ ਜੀ ਨੂੰ ਪਤਾ ਹੀ ਹੈ, ਜਿਸ ਕਰਕੇ ਬਾਰਿਸ਼ ਪੈਣੇ ਕਰਕੇ ਵਸਤਰ ਭਿੱਜ ਗਏ ਸਨ ਤੇ ਠੰਡ ਵੀ ਬਹੁਤੀ ਹੋ ਗਈ, ਠੰਡ ਬੜੀ ਲੱਗ ਗਈ। ਜੁਟੇ ਦੰਤ ਤਨ ਗਿਰ ਗਇਓ ਮੇਰਾ। ਉਸ ਵੇਲੇ ਠੰਡ ਨਾਲ ਦੰਦ ਜਿਹੜੇ ਜੁੜ ਗਏ ਐ ਤੇ ਸਰੀਰ ਜਿਹੜਾ ਮਹਾਰਾਜ ਸਾਡਾ ਧਰਤੀ ਤੇ ਡਿੱਗ ਪਿਆ। ਚਰਨ ਕਮਲ ਤਮ ਆਨ ਸੁਹਾਵਾ। ਆ ਤੇ ਤੁਸਾਂ ਨੇ ਕਿਰਪਾ ਕੀਤੀ ਵੀ ਆਪਣਾ ਚਰਨ ਕਮਲ ਆ ਕੇ ਸਾਡੇ ਸਰੀਰ ਨੂੰ ਸੁਹਾਇਆ ਹੈ। ਤਤ ਖਿਨ ਸਗਰੋ ਸੀਤ ਨਸਾਵਾ। ਜਿਸ ਦਾ ਸਦਕਾ ਬੜੀ ਛੇਤੀ ਨਾਲ ਹੀ ਸਾਰਾ ਜਿਹੜਾ ਠੰਡ ਉਹ ਸਾਰੀ ਠੰਡ ਦੂਰ ਕਰ ਦਿੱਤੀ ਹੈ। ਅਬ ਸੁਚੇਤ ਭਾ ਮੋਰ ਸਰੀਰਾ। ਮਹਾਰਾਜ ਠੰਡ ਦੂਰ ਹੋ ਗਈ ਹੈ, ਗਰਮੀ ਆ ਗਈ ਸਰੀਰ ਵਿੱਚ। ਹੁਣ ਆਪ ਜੀ ਦੀ ਕਿਰਪਾ ਨਾਲ ਸਾਡਾ ਸਰੀਰ ਸੁਚੇਤ ਹੈ, ਸਾਵਧਾਨ ਹੈ। ਰਾਵਰ ਪੰਜਤ ਹੋ ਸਭ ਪੀਰਾ। ਗੁਰੂ ਮਹਾਰਾਜ ਇੱਕ ਠੰਡ ਦੀ ਕੀ ਗੱਲ ਹੈ, ਆਪ ਜੀ ਤੇ ਆਪਣੇ ਪਿਆਰਿਆਂ ਦੇ
ਸਾਰੀਆਂ ਪੀੜਾਂ ਨੂੰ ਹੀ ਭੰਨਦੇ ਹੋ, ਨਾਸ ਕਰਦੇ ਹੋ ਜੀ। ਸੁਨ ਬੋਲੇ ਸ੍ਰੀ ਪ੍ਰਭੂ ਕਿਰਪਾਲਾ। ਸੁਣ ਕਰਕੇ ਭਾਈ ਲਹਿਣਾ ਜੀ ਤੋਂ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਬਚਨ ਬੋਲੇ ਐ। ਹਉ ਘਾਲਤ ਜੋ ਘਾਲ ਵਿਸਾਲਾ। ਇਹ ਪੁਰਖਾ, ਜੋ ਅਸੀਂ ਬੜੀ ਤਗੜੀ ਘਾਲ ਕਮਾਈ ਘਾਲ ਰਹੇ ਹਾਂ, ਜੋ ਅਸੀਂ ਮਸ਼ੱਕਤ ਕਰ ਰਹੇ ਹਾਂ, ਜੋ ਅਸੀਂ ਕਮਾਈ ਇਹ ਕਰ ਰਹੇ ਹਾਂ। ਅਨੇਕ ਪ੍ਰਕਾਰਨ ਜੋ ਤਪ ਕਰਨਾ। ਜੋ ਅਨੇਕਾਂ ਤਰ੍ਹਾਂ ਨਾਲ ਹੀ ਸਾਡਾ ਇਹ ਸਰੀਰ ਨੂੰ ਤੰਗ ਕਰਕੇ ਪਰੇਸ਼ਾਨ ਕਰਕੇ ਤਪ ਕਰਨਾ ਹੈ। ਸਭ ਸਿੱਖਨ ਹਿਤ ਲਖੋ ਅਚਰਨਾ। ਇਹ ਸਾਡਾ ਸਾਰਾ ਜਿਹੜਾ ਕਰਤੱਵ ਹੈ, ਇਹ ਸਾਡੀ ਸਾਰੀ ਕਿਰਿਆ ਭਾਈ ਪੁਰਖਾ ਭਾਈ ਲੈਣਾ, ਇਹ ਸਿੱਖਾਂ ਵਾਸਤੇ ਜਾਣ ਲਾ। ਇਹ ਸਿੱਖਾਂ ਵਾਸਤੇ ਅਸੀਂ ਕਰ ਰਹੇ ਹਾਂ, ਆਪਣੇ ਵਾਸਤੇ ਕੁਝ ਨਹੀਂ ਕਰ ਰਹੇ ਵੀ ਅਸੀਂ ਆਪਣੇ ਭਲੇ ਲੈਂਦੇ ਹਾਂ। ਇਹਦੇ ਸਿੱਖਾਂ ਵਾਸਤੇ ਤਪ ਕਰ ਰਹੇ ਹਾਂ ਵੀ ਸਿੱਖਾਂ ਨੂੰ ਤੰਗੀ ਨਾ ਹੋਵੇ, ਸਿੱਖਾਂ ਨੂੰ ਪਰੇਸ਼ਾਨੀ ਨਾ ਹੋਵੇ, ਸਿੱਖਾਂ ਨੂੰ ਘਾਲ ਕਮਾਈ ਨਾ ਕਰਨੀ ਪਵੇ। ਅੱਜ ਉਹ ਸਤਿਗੁਰੂ ਜੀ ਦੀ ਸਾਧ ਸੰਗਤ ਜੀ ਜਿਹੜੀ ਕੀਤੀ ਹੋਈ ਕਮਾਈ ਹੈ, ਉਹਦਾ ਸਦਕਾ ਹੀ ਅਸੀਂ ਖਾ ਰਹੇ ਹਾਂ। ਕਰੀਏ ਕੱਖ ਨਾ ਕਰੀਏ ਤਾਂ ਵੀ ਸਿੱਖ ਹੋਈ ਪਈ ਹੈ ਸਾਡੀ। ਜੋ ਮੇਰੇ ਮਹਿ ਸਰਦਾ ਧਰਹੀ। ਭਾਈ ਲੈਣਾ ਜੋ ਸਾਡੇ ਵਿੱਚ ਪ੍ਰੇਮ ਨਾਲ ਸ਼ਰਧਾ ਭਾਵਨਾ ਰੱਖਣਗੇ। ਮਨ ਕਰ ਸ਼ਬਦ ਕਮਾਵਨ ਕਰਹੀ। ਮਨ ਕਰਕੇ ਗੁਰੂ ਦੇ ਉਪਦੇਸ਼ ਭਾਵ ਸਾਡੇ ਉਪਦੇਸ਼ ਸ਼ਬਦਾਂ ਦੀ ਕਮਾਈ ਕਰਨਗੇ, ਸੁਣ ਕੇ ਮੰਨਣਗੇ। ਨਾਨਕ ਪੰਥੀ ਜਿਨ ਕੋ ਨਾਮ। ਤੇ ਜਿਨ੍ਹਾਂ ਸਾਡੇ ਸਿੱਖਾਂ ਦਾ ਨਾਮ ਨਾਨਕ ਪੰਥੀ ਹੋਊਗਾ, ਭਾਵ ਸਾਡੇ ਜੋ ਸਿੱਖ ਹੋਣਗੇ। ਵਾਹਿਗੁਰੂ ਜਪ ਰਹਿਤ ਅਕਾਮ। ਤੇ ਵਾਹਿਗੁਰੂ ਜਪਣਗੇ ਤੇ ਕਾਮਨਾ ਇੱਛਾ ਤੋਂ ਜੋ ਰਹਿਤ ਰਹਿਣਗੇ, ਭਾਵ ਵਾਹਿਗੁਰੂ ਵੀ ਜਪਣਗੇ ਤੇ ਕੁਝ ਮੰਗਣਗੇ ਵੀ ਨਹੀਂ। ਜੋ ਸੋ ਜਮ ਕੋ ਨਹਿ ਦੇਖਨ ਪਾਹੈ। ਉਹ ਭਾਈ ਲੈਣਾ ਸਾਡਾ ਜੋ ਬਚਨ ਹੈ ਵੀ ਉਹ ਜਮ ਨੂੰ ਧਰਮਰਾਜ ਦੇ ਦੂਤ ਨੂੰ ਨਹੀਂ ਦੇਖਣਗੇ। ਜਿਹੜੇ ਸੇਵਾ ਕਰਨਗੇ, ਗੁਰੂ ਦਾ ਨਾਮ ਵੀ ਜਪਣਗੇ ਤੇ ਕਾਮਨਾ ਤੋਂ ਰਹਿਤ ਰਹਿਣਗੇ, ਭਾਵ ਕੋਈ ਇੱਛਾ ਨਹੀਂ ਕਰਨਗੇ। ਜਿਵੇਂ ਮਹਾਰਾਜ ਕਹਿੰਦੇ, ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿਹੜੇ ਗੁਰੂ ਕੀ ਸੇਵਾ ਵੀ ਕਰਦੇ ਆ, ਨਾਮ ਵੀ ਜਪਦੇ, ਕਦੀ ਗੁਰੂ ਨੂੰ ਕਦੀ ਸ਼ਿਕਵਾ ਨਹੀਂ ਕੀਤਾ ਮਹਾਰਾਜ ਆਹ ਦੇ ਦੇ ਆਹ ਦੇ ਦੇ, ਸਾਧ ਸੰਗਤ ਜੀ ਉਹ ਰੱਬ ਨੂੰ ਬੜੀ ਛੇਤੀ ਪਾ ਲੈਂਦੇ ਆ। ਜਿਹੜੇ ਕੋਈ ਸੇਵਾ ਸਿਮਰਨ ਕਰਦੇ ਆਪਣੀ ਕਾਮਨਾ ਵਾਸਤੇ, ਉਹ ਕਾਮਨਾ ਪੂਰੀ ਹੋ ਜਾਂਦੀ, ਫਿਰ ਗੁਰੂ ਤੋਂ ਦੂਰ ਹੋ ਜਾਂਦਾ ਬੰਦਾ। ਇਵੇਂ ਸਤਿਗੁਰੂ ਮਹਾਰਾਜ ਇੱਥੇ ਕਹਿ ਰਹੇ ਆ ਵੀ ਭਾਈ ਲੈਣਾ ਜਿਹੜੇ ਸਾਡੇ ਸ਼ਬਦ ਦੀ ਕਮਾਈ ਕਰਨਗੇ ਤੇ ਸਾਡੇ ਸਿੱਖ ਉਹਨਾਂ ਦਾ ਨਾਮ ਹੋਊਗਾ, ਤੇ ਵਾਹਿਗੁਰੂ ਜੋ ਜਪਣਗੇ ਕਾਮਨਾ ਤੋਂ ਰਹਿਤ ਰਹਿ ਕੇ, ਭਾਵ ਕੋਈ ਇੱਛਾ ਨਹੀਂ ਰੱਖਣਗੇ, ਉਹ ਜਮ ਦੇ ਦੁੱਖ ਨੂੰ ਨਹੀਂ ਪਾਉਣਗੇ, ਉਹ ਜਮ ਨੂੰ ਨਹੀਂ ਦੇਖਣਗੇ, ਜਮ ਉਹਨਾਂ ਦੇ ਨੇੜੇ ਵੀ ਨਹੀਂ ਆਏਗਾ। ਸੁਖ ਸੌਗਤ ਪ੍ਰਾਪਤ ਤਿਨ ਹੋਇਆ। ਉਹ ਤਪ ਕੋਈ ਕਰਨ ਨਾ ਕਰਨ, ਬਸ ਵਾਹਿਗੁਰੂ ਵਾਹਿਗੁਰੂ ਜੇ ਕਰੀ ਜਾਣ, ਸ਼ਬਦ ਉਪਦੇਸ਼ ਦੀ ਕਮਾਈ ਕਰੀ ਜਾਣਗੇ, ਉਹਨਾਂ ਨੂੰ ਸਰੀਰ ਤੇ ਘਾਲ ਕਮਾਈ ਹੋਰ ਮਸਕਤ ਕਰਨ ਦੀ ਜ਼ਰੂਰਤ ਨਹੀਂ ਹੈ। ਉਹ ਸੁੱਖ ਨਾਲ ਹੀ ਜਿਹੜੀ ਕੇਵਲ ਮੁਕਤੀ ਹੈ ਉਹਨੂੰ ਪ੍ਰਾਪਤ ਹੋ ਜਾਣਗੇ, ਪਰਮ ਮੁਕਤੀ ਪਾਉਣਗੇ। ਕਮਲ ਬਦਨ ਤੇ ਕਹਿ ਅਸਬਾਨੀ। ਕਮਲ ਵਰਗੇ, ਕਮਲ ਦੇ ਜੋ ਕਮਲ ਫੁੱਲ ਹੈ, ਐਸਾ ਸਤਿਗੁਰ ਜੀ ਦਾ ਮੁਖ ਹੈ। ਕਮਲ ਬਦਨ ਤੋਂ ਐਸੀ ਬਾਣੀ ਬਚਨ ਕਹਿ ਕੇ। ਪੁਨ ਪੁਰ ਮਹਿ ਆਏ ਗੁਣ ਖਾਨੀ। ਫਿਰ ਮਹਾਰਾਜ ਜੀ ਰਾਵੀ ਨਦੀ ਤੋਂ ਭਾਈ ਲਹਿਣਾ ਜੀ ਨੂੰ ਨਾਲ ਲੈ ਕੇ ਕਰਤਾਰਪੁਰ ਧਰਮਸ਼ਾਲਾ ਵਿੱਚ ਗੁਣਾ ਦੀ ਖਾਨ ਆ ਗਏ ਮਹਾਰਾਜ। ਬੈਠਤ ਭੇ ਧਰਮਸਾਲ ਮਝਾਰੀ। ਧਰਮਸ਼ਾਲਾ ਜਿੱਥੇ ਕਥਾ ਕੀਰਤਨ ਹੋ ਰਿਹਾ, ਗੁਰੂ ਕੀ ਸੰਗਤ ਆ ਰਹੀ ਦਰਸ਼ਨਾਂ ਵਾਸਤੇ, ਉੱਥੇ ਮਹਾਰਾਜ ਜੀ ਆ ਕੇ ਬੈਠ ਗਏ ਆਸਨਾਂ ਤੇ। ਸੰਗਤ ਆਵਹਿ ਕਰਹਿ ਜੁਹਾਰੀ। ਸੰਗਤ ਬੜੀ ਆ ਰਹੀ ਹੈ, ਮਹਾਰਾਜ ਦੇ ਦਰਸ਼ਨ ਕਰ ਰਹੀ ਹੈ। ਕਰਨ ਲੱਗੇ ਤਪ ਕਰੂਰ ਵਡੇਰਾ। ਕਰਤਾਰਪੁਰ ਸਾਹਿਬ ਧਰਮਸ਼ਾਲਾ ਦੇ ਵਿੱਚ ਆਣ ਕੇ ਕਹਿੰਦੇ ਉਸ ਦਿਨ ਤੋਂ ਗੁਰੂ ਮਹਾਰਾਜ ਜੀ ਤਪ ਕਰਨ ਲੱਗੇ, ਬੜਾ ਹੀ ਕਠਿਨ, ਬੜਾ ਸਖਤ ਹੀ ਤਪ ਘਾਲਣਾ ਸ਼ੁਰੂ ਕਰ ਦਿੱਤਾ। ਪੁਰ ਕੇ ਨਿਕਟ ਨੀਕ ਥਲ ਹੇਰਾ। ਕਰਤਾਰਪੁਰ ਸਾਹਿਬ ਤੇ ਵਾਰ-ਵਾਰ ਇੱਕ ਕੋਲ ਹੀ ਬੜਾ ਚੰਗਾ ਹੀ ਥਾਂ ਵੇਖਿਆ ਮਾਰਨੇ, ਇਕਾਂਤ ਜਿਹਾ। ਤਹਾਂ ਕੀਨ ਇੱਕ ਕੁਟੀ ਨਿਰਾਲੀ। ਉਸ ਥਾਂ ਤੇ ਮਹਾਰਾਜ ਨੇ ਇੱਕ ਕੁਟੀਆ
ਜਿਹੜੀ ਹੈ ਛੋਟੀ ਜੀ ਵੱਖਰੀ ਜੀ ਬਣਾ ਲੈਣਾ ਕੀਤੀ। ਰੋਰਨ ਸੇਜ ਡਸਾਏ ਦੁਖਾਲੀ। ਸਤਿਗੁਰੂ ਜੀ ਨੇ ਸਾਧ ਸੰਗਤ ਜੀ ਉਸ ਕੁਟੀਆ ਦੇ ਵਿੱਚ ਰੋੜਾਂ ਦੀ ਜਿਹੜੀ ਸੇਜਾ ਵਿਛਾ ਲਈ, ਜੋ ਬੜੀ ਦੁੱਖ ਦੇਣ ਵਾਲੀ, ਜੋ ਬੜੀ ਦੁੱਖ ਵਾਲੀ ਹੈ। ਭਾਵ ਉਹ ਕੁਟੀਆ ਦੇ ਵਿੱਚ ਰੋੜੇ ਜੇ ਵਿਛਾ ਲਏ ਹਨ, ਜਿੱਥੇ ਗੁਰੂ ਸਾਹਿਬ ਨੇ ਬੈਠਣਾ ਲੇਟਣਾ ਹੈ। ਨਿਜ ਸਰੀਰ ਕੇ ਸਮ ਬਨਵਾਈ। ਉਹ ਜਿਹੜੀ ਹੈ ਰੋੜਿਆਂ ਦੀ ਸੇਜਾ ਬਣਾਈ, ਕੋਈ ਵੱਡੀ ਨਹੀਂ ਵੀ ਬੜੀ ਚੌੜੀ, ਆਪਣੇ ਸਰੀਰ ਦੇ ਸਮਾਨ ਹੀ ਬਣਾਈ ਹੈ, ਵੀ ਜਿੰਨਾ ਕੁ ਸਤਿਗੁਰੂ ਜੀ ਦਾ ਸਰੀਰ ਉਨੇ ਕੁ ਰੋੜ ਵਿਛਾਏ ਹੈ। ਥਾਏ ਸੇਸ ਨਹ ਜਹਾਂ ਰਹਾਈ। ਤੇ ਜਿੱਥੇ ਜਿਸ ਵਿੱਚ ਵਾਧੂ ਕੋਈ ਥਾਂ ਨਹੀਂ ਮਹਾਰਾਜ ਨੇ ਬਣਾਈ ਹੈ, ਜਿਸ ਉੱਪਰ ਜਿਸ ਕੁਟੀਆ ਵਿੱਚ ਵਾਧੂ ਥਾਂ ਨਹੀਂ ਬਣਾਈ। ਭਾਵ ਗੁਰੂ ਸਾਹਿਬ ਨੇ ਉਹ ਰੋੜੇ ਉਨੇ ਕੀ ਵਿਛਾਏ ਜਿੰਨਿਆਂ ਤੇ ਲੇਟਿਆ ਜਾਏ ਆਪ ਸਰੀਰ ਕਰਕੇ, ਤੇ ਜਿੰਨਿਆਂ ਉੱਪਰ ਬੈਠਿਆ ਜਾਏ। ਵੱਧ ਕੋਈ ਨਹੀਂ ਵੀ ਥੋੜ੍ਹਾ ਬਹੁਤਾ ਹੋਰ ਖੁੱਲ੍ਹਾ ਵੀ ਚੱਲ ਪਾਸਾ ਮਾਰਿਆ ਜਾਵੇ ਇੱਧਰ, ਤੇ ਜਿੱਧਰ ਪਾਸਾ ਕਰੀਏ ਤੇ ਉੱਧਰ ਵੀ ਥੋੜ੍ਹਾ ਵੀ ਚਲੋ ਥਾਂ ਹੋਵੇ ਰੋੜਿਆਂ ਦਾ। ਨਾ, ਮਹਾਰਾਜ ਨੇ ਉਨਾ ਕੀ ਥਾਂ ਰੋੜਿਆਂ ਦਾ ਉਹ ਰੋੜੇ ਥੱਲੇ ਵਿਛਾਏ ਸਖਤ ਸਖਤ, ਉਹ ਜਿੰਨੇ ਕੁ ਥਾਂ 'ਤੇ ਸਤਿਗੁਰੂ ਜੀ ਦਾ ਸਰੀਰ ਆਉਂਦਾ ਹੈ। ਓਡਹ ਬੈਠਹ ਰਹਿ ਤਿਹ ਮਾਹੀ। ਹਾਂ, ਮਹਾਰਾਜ ਉੱਤੇ ਉਸੇ ਆਸਣ ਰੋੜਾਂ ਦੀ ਵਿਛਾਈ 'ਤੇ ਬੈਠ ਜਾਂਦੇ ਹੈ, ਤੇ ਜਦੋਂ ਮਹਾਰਾਜ ਮਹਿਸੂਸ ਕਰਦੇ ਉਦੋਂ ਉਸੇ ਉੱਪਰ ਹੀ ਮਹਾਰਾਜ ਬਿਰਾਜਮਾਨ ਹੋ ਜਾਂਦੇ, ਲੇਟ ਜਾਂਦੇ ਹੈ। ਕਰਨ ਸਨਾਨ ਸਮੈ ਦੋਏ ਜਾਹੀ। ਬਸ ਰਾਵੀ ਨਦੀ ਵਿੱਚ 2 ਸਮੇਂ ਇਸ਼ਨਾਨ ਹੀ ਕਰਨ ਜਾਂਦੇ ਹੈ ਉਸ ਕੁਟੀਆ ਤੋਂ ਬਾਹਰ। ਜਦੋਂ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦੇ 2 ਵਜੇ, ਤੇ ਰਾਤ ਨੂੰ ਸ਼ਾਮ ਨੂੰ ਸੰਧਿਆ ਵੇਲੇ, ਐਵੇਂ 2 ਸਮੇਂ ਇਸ਼ਨਾਨ ਕਰਨੀ ਬਸ ਜਾਂਦੇ ਹੈ। ਜਹਾਂ ਦੇਸ ਤੇ ਨਰ ਆਏ ਵਿਸਾਲਾ। ਗੁਰੂ ਗੁਰੂ ਕੀ ਸੰਗਤ ਨੂੰ ਪਤਾ ਲੱਗਦਾ ਹੈ 4 ਤਰਫੋਂ ਹੀ ਸਭ ਮਾਈ ਭਾਈ ਬਹੁਤੇ ਆ ਰਹੇ ਉੱਥੇ। ਦਰਸ ਬਿਲੋਕ ਤਰਹਿ ਪਦ ਭਾਲਾ। ਦਰਸ਼ਨ ਗੁਰੂ ਜੀ ਕਾ ਦੇਖ ਕੇ ਤੇ ਆਪਣੇ ਜਿਹੜਾ ਮੱਥਾ ਗੁਰੂ ਦੇ ਚਰਨਾਂ ਉੱਪਰ ਰੱਖਦੇ ਹੈ। ਕਰਹਿ ਕਾਮਨਾ ਹਿਰਦੇ ਜੋਈ। ਜੋ ਵੀ ਮਨ ਵਿੱਚ ਕਾਮਨਾ ਇੱਛਾ ਕਰਦੇ ਵੀ ਮਹਾਰਾਜ ਆਹ ਕੁਝ ਮੈਨੂੰ ਦੇ ਦਿਓ, ਪੂਰਨ ਹੋਏ ਸਰਬ ਕੀ ਸੋਈ। ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦੀ ਉਹੀਓ ਇੱਛਾ ਪੂਰੀ ਹੁੰਦੀ ਹੈ। ਜੁਗਲ ਕਾਲ ਭਲ ਬਨਹਿ ਆਹਾਰਾ। ਇੱਧਰ ਗੁਰੂ ਮਹਾਰਾਜ ਦੇ ਲੰਗਰਾਂ ਵਿੱਚ ਦੋਵੇਂ ਸਮੇਂ ਕਹਿੰਦੇ ਬੜਾ ਸੋਹਣਾ ਚੰਗਾ ਹੀ ਭੋਜਨ ਬਣਦਾ, ਤਿਆਰ ਹੁੰਦਾ ਵੱਧ ਤੋਂ ਵੱਧ। ਅਚਵੈ ਰੁਚ ਅਨੁਸਾਰ ਅਪਾਰਾ। ਬਿਆੰਤੀ ਸੰਗਤ ਆ ਰਹੀ ਹੈ, ਇੰਨੀ ਸੰਗਤ ਹਜ਼ਾਰਾਂ ਦੀ ਤਾਦਾਦ ਵਿੱਚ ਆਂਦੇ ਆਪਣੀ ਰੁਚੀ ਅਨੁਸਾਰ ਛਕਦੇ। ਭਾਵ ਜਿੰਨਾ ਕਿਸੇ ਦਾ ਜੀਅ ਕਰਦਾ ਹੈ ਵੱਧ ਖਾਂਦਾ, ਕੋਈ ਘੱਟ ਖਾਂਦਾ, ਜਿੰਨਾ ਕਿਸੇ ਦਾ ਜੀਅ ਕਰਦਾ ਆਪਣੀ ਰੁਚੀ ਅਨੁਸਾਰ ਭੋਜਨ ਛਕਦੇ ਗੁਰੂ ਕੇ ਲੰਗਰਾਂ ਚੋਂ। ਬਹੁਤ ਰਸੋਈਏ ਦੇਗ ਕਰੇ। ਗੁਰੂ ਘਰ ਦੇ ਜੋ ਰਸੋਈਏ ਸੇਵਕ ਹੈ, ਲੰਗਰ ਤਿਆਰ ਕਰਨ ਵਾਲੇ, ਉਹ ਬੜਾ ਲੰਗਰ ਭਾਰੀ ਤਿਆਰ ਕਰਦੇ ਹੈ। ਜਿਦਕ ਅੰਨ ਚਾਹਤੇ ਤਕ ਲੈ। ਜਿੰਨਾ ਕੁ ਅੰਨ ਚਾਹੀਦਾ ਹੈ ਉਹਨਾਂ ਗੁਰੂ ਸਾਹਿਬ ਜੀ ਦੇ ਜਿੱਥੇ ਖਜ਼ਾਨਿਆਂ ਵਿੱਚ ਭਰਿਆ ਹੋਇਆ, ਕੋਠੇ ਭਰੇ ਹੋਏ ਹੈ ਅੰਨ ਗਾਹ ਗਾਹ ਕੇ, ਉੱਥੋਂ ਉਹਨਾਂ ਕੁ ਲੈ ਆਉਂਦੇ ਹੈ। ਨੀਕੀ ਰੀਤ ਸੁਧਾਰ ਬਣਾਵਹ। ਗੁਰੂ ਕਾ ਲੰਗਰ ਬੜੀ ਚੰਗੀ ਰੀਤੀ ਮਰਿਆਦਾ ਨਾਲ ਬਣਾ ਸਵਾਰ ਕੇ ਬਣਾਉਂਦੇ ਹੈ, ਮਰਿਆਦਾ ਵਿੱਚ ਕਿਤੇ ਢਿੱਲ ਨਹੀਂ ਕਰਦੇ। ਜਿਨ ਤੇ ਸਵਾਦ ਮਹਾ ਸੁਭ ਆਵਹ। ਜਦੋਂ ਹੁਣ ਬਣਾ ਸਵਾਰ ਕੇ ਚੰਗੀ ਮਰਿਆਦਾ ਨਾਲ ਬਣਾਇਆ ਤੇ ਹੁਣ ਚੰਗਾ ਤੇ ਬਣਨਾ ਹੀ ਬਣਨਾ ਭੋਜਨ। ਜਦੋਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ, ਡਰ ਭੈ ਮੰਨ ਕੇ, ਝੂਠ ਮੀਠ ਤੋਂ ਰਹਿਤ ਹੋ ਕੇ ਭੋਜਨ ਤਿਆਰ ਕੀਤਾ, ਫਿਰ ਸਵਾਦ ਤੇ ਆਪੇ ਬਣਨਾ ਹੈ। ਤੇ ਜਿਸ ਕਰਕੇ ਜਦੋਂ ਗੁਰੂ ਕੀ ਸੰਗਤ ਭੋਜਨ ਛਕਦੀ ਹੈ, ਬਹੁਤ ਜ਼ਿਆਦਾ ਛਕਦਿਆਂ ਉਹਦੇ ਵਿੱਚੋਂ ਸਵਾਦ ਆਉਂਦਾ ਹੈ। ਸਰਬ ਤਿਆਰ ਹੋਇਆ ਭੋਜਨ ਜਬ ਹੀ। ਸਾਰਾ ਭੋਜਨ ਜਦੋਂ ਤਿਆਰ ਹੋ ਜਾਂਦਾ ਹੈ। ਜਾਏ ਰਸੋਈਆ ਗੁਰ ਟਿਗ ਤਬ ਹੀ। ਗੁਰੂ ਘਰ ਦਾ ਰਸੋਈਆ ਜੋ ਬ੍ਰਾਹਮਣ ਹੈ, ਕਿਉਂਕਿ ਪਵਿੱਤਰਤਾ ਨਾਲ ਤਿਆਰ ਕਰਦਾ ਸੀ, ਉਹ ਗੁਰੂ ਮਹਾਰਾਜ ਦੇ ਕੋਲ ਤਦੋਂ ਚਲਿਆ ਜਾਂਦਾ ਹੈ। ਹੱਥ ਬੰਦ ਹੋਇਆ ਠਾਂਡੋ ਰਹੀ। ਹੱਥ ਦੋਵੇਂ ਜੋੜ ਕੇ ਉਹ ਰਸੋਈਆ ਗੁਰੂ ਘਰ ਦਾ ਲਾਂਗਰੀ
ਖੜਿਆਂ ਹੀ ਕਹਿੰਦੇ ਰਹਿੰਦਾ ਹੈ। ਨਿਜ ਮੁਖ ਤੇ ਕੋ ਬਚਨ ਨਾ ਕਹਹਿ। ਐਸੀ ਉਸ ਸਿੱਖ ਦੀ ਸੇਵਾ ਹੈ, ਕਹਿੰਦੇ ਮੁੱਖੋਂ ਕੁਝ ਵੀ ਬਚਨ ਨਹੀਂ ਕਹਿੰਦਾ ਵੀ ਮਹਾਰਾਜ ਮੈਂ ਆ ਗਿਆ, ਕੀ ਕਰਨਾ, ਕੀ ਹੁਕਮ ਹੈ। ਚੁੱਪ ਹੀ ਜਾ ਕੇ ਚੁੱਪ ਹੋ ਕੇ ਖੜਾ ਰਹਿੰਦਾ ਗੁਰੂ ਜੀ ਦੇ ਸਨਮੁਖ। ਬੀਤਹਿ ਕਿਤਕ ਕਾਲ ਅਸ ਤਾਹੀ। ਇਸ ਤਰ੍ਹਾਂ ਜਦੋਂ ਉਹ ਰਸੋਈਏ ਗੁਰੂ ਘਰ ਦੇ ਲਾਂਗੜੇ ਨੂੰ ਚੁੱਪ ਕੀਤਿਆਂ ਹੱਥ ਜੋੜ ਕੇ ਖੜਿਆਂ ਰਿਹਾ ਹੀ ਕਿੰਨਾ ਕੁ ਸਮਾਂ ਬੀਤ ਜਾਂਦਾ ਹੈ। ਜਬ ਲੋ ਪ੍ਰਭੂ ਬਿਲੋਕਾ ਨਾਹੀ। ਜਿੰਨਾ ਚਿਰ ਗੁਰੂ ਨਾਨਕ ਸਾਹਿਬ ਜੀ ਉਹਨੂੰ ਆਇਆ ਦੇਖਦੇ ਨਹੀਂ, ਆਪਣੀ ਸਮਾਧੀ ਵਿੱਚ ਹੀ ਲੀਨ ਰਹਿੰਦੇ ਹੈ। ਸਹਜ ਸੁਭਾਏ ਦ੍ਰਿਸ਼ਟ ਗੁਰ ਪਰਹੀ। ਸੁੱਤੇ ਸੇਧੀ ਜਦੋਂ ਗੁਰੂ ਮਹਾਰਾਜ ਦੀ ਉਸ ਰਸੋਈਏ ਗੁਰੂ ਘਰ ਦੇ ਲਾਂਗਰੀ ਤੇ ਦ੍ਰਿਸ਼ਟੀ ਨਜ਼ਰ ਪੈਂਦੀ ਹੈ। ਵਿਪਰ ਸੰਗ ਅਸ ਬਚਨ ਉਚਰਹੀ। ਉਹ ਗੁਰੂ ਘਰ ਦਾ ਜੋ ਰਸੋਈਆ ਬ੍ਰਾਹਮਣ ਹੈ ਉਹਦੇ ਨਾਲ ਮਹਾਰਾਜ ਇਸ ਤਰ੍ਹਾਂ ਫਿਰ ਬਚਨ ਕਹਿੰਦੇ ਦੇਖ ਕੇ। ਏ ਦਿਜ ਭੋਜਨ ਭਇਓ ਤਿਆਰੀ। ਐ ਵੀ ਲਾਂਗਰੀ ਬ੍ਰਾਹਮਣ ਜੀ, ਭੋਜਨ ਵੀ ਗੁਰੂ ਕਾ ਲੰਗਰ ਤਿਆਰ ਹੋ ਗਿਆ। ਆਏ ਹਕਾਰ ਨ ਕਹੋ ਉਚਾਰੀ। ਕਿ ਉਚਾਰ ਕੇ ਸਾਨੂੰ ਦੱਸ ਵੀ ਸਾਨੂੰ ਤੂੰ ਬੁਲਾਉਣ ਵਾਸਤੇ ਆਇਆ ਹੈ। ਸ੍ਰੀ ਪ੍ਰਭ ਤੁਮਰੀ ਕਰੁਣਾ ਕਰ ਕਾ। ਉਸ ਵੇਲੇ ਰਸੋਈਆ ਬੋਲਦਾ ਹੈ ਅੱਗੋਂ ਦੋਵੇਂ ਹੱਥ ਜੋੜ ਕੇ, ਮਹਾਰਾਜ ਤੁਹਾਡੀ ਕਿਰਪਾ ਕਰਕੇ, ਤੁਹਾਡੇ ਮਿਹਰ ਤਰਸ ਕਰਕੇ ਭਇਓ ਆਹਾਰ ਤਿਆਰ ਸੁਧਰ ਕਾ। ਮਹਾਰਾਜ ਬਣਾ ਸਵਾਰ ਕੇ ਜਿਹੜਾ ਭੋਜਨ ਹੈ ਨਾ ਬੜਾ ਸੋਹਣਾ ਹੀ ਵਧੀਆ ਹੀ ਤਿਆਰ ਹੋਇਆ ਹੈ। ਤਬ ਤਿਹ ਸੰਗ ਜਾਏ ਜਗ ਸਾਈ। ਤਦੋਂ ਸੰਸਾਰ ਦੇ ਜੋ ਸਾਈਂ ਗੁਰੂ ਨਾਨਕ ਸਾਹਿਬ ਜੀ ਲਾਂਗਰੀ ਦੇ ਨਾਲ ਜਾ ਕੇ ਰੁਚ ਅਨੁਸਾਰ ਸੋ ਭੋਜਨ ਖਾਈ। ਰੁਚੀ ਅਨੁਸਾਰ ਜਿੰਨਾ ਗੁਰੂ ਜੀ ਦਾ ਮਨ ਕਰਦਾ, ਜੀ ਕਰਦਾ, ਥੋੜਾ ਬਹੁਤ ਹੀ ਮਹਾਰਾਜ ਛਕਦੇ ਹੈ। ਬਾਹਰ ਦੇਗ ਵਰਤਾ ਪਛਾਤੀ। ਜਦੋਂ ਮਹਾਰਾਜ ਜੀ ਛਕ ਲੈਂਦੇ, ਭੋਗ ਲੱਗ ਜਾਂਦਾ ਹੈ, ਫਿਰ ਕਹਿੰਦੇ ਗੁਰੂ ਕਾ ਲੰਗਰ ਪਿੱਛੋਂ ਵਰਤਦਾ ਸੰਗਤ ਵਿੱਚ ਬੇਅੰਤ ਹੀ। ਸਰਬ ਸੰਗਤੀ ਹੋਏ ਅਗਾਤੀ। ਸਾਰੀ ਸੰਗਤ ਦੀ ਭੋਜਨ ਛਕ ਕੇ ਤ੍ਰਿਪਤ ਹੋ ਰਹੀ ਹੈ ਤੇ ਹੁੰਦੀ ਹੈ। ਦੋਨੋਂ ਸਮੈ ਭਾਂਤ ਸਖੋ। ਦੋਨੋਂ ਸਮੈ ਭਾਂਤ ਇਸ ਹੋਏ। ਦੋਨੋਂ ਸਮੇਂ ਅੰਮ੍ਰਿਤ ਵੇਲੇ ਜਦੋਂ ਦਿਨ ਚੜ੍ਹ ਲੱਗਦਾ, ਲੰਗਰ ਤਿਆਰ ਹੋਣ ਤੋਂ ਪਹਿਲਾਂ ਵੀ ਬ੍ਰਾਹਮਣ ਲਾਂਗਰੀ ਇਵੇਂ ਕਰਦਾ ਹੈ। ਸ਼ਾਮ ਵੇਲੇ ਵੀ ਫਿਰ ਤਿਆਰ ਹੁੰਦਾ ਨਵਾਂ ਲੰਗਰ, ਉਦੋਂ ਵੀ ਸਤਿਗੁਰ ਜੀ ਦੀ ਹਜ਼ੂਰੀ 'ਚ ਇਵੇਂ ਜਾਂਦਾ ਤੇ ਮਹਾਰਾਜ ਇਵੇਂ ਕਰਦੇ ਆ। ਇਵੇਂ ਦੋਵੇਂ ਸਮਿਆਂ ਵਿੱਚ ਲੰਗਰ ਗੁਰੂ ਕੇ ਸਥਾਨ ਤੇ ਵਰਤਾਇਆ ਜਾਂਦਾ ਹੈ। ਆਵਹਿ ਖਾਏ ਨਾ ਹਟਕੈ ਕੋਏ। ਗੁਰੂ ਕੇ ਸਿੱਖ ਸੰਗਤਾਂ ਆਉਂਦੀਆਂ, ਭੋਜਨ ਛਕਦੀਆਂ, ਗੁਰੂ ਕਾ ਲੰਗਰ ਛਕਦੀਆਂ, ਕੋਈ ਵੀ ਉਹਨਾਂ ਨੂੰ ਮੋੜਦਾ ਨਹੀਂ, ਉੱਥੇ ਰੋਕਦਾ ਨਹੀਂ ਹੈ। ਦਰਸ਼ਨ ਦੇਖਹਿ ਪੂਰਾ ਆਸਾ। ਗੁਰੂ ਸਾਹਿਬ ਜੀ ਦਾ ਦਰਸ਼ਨ ਦੇਖਦੇ ਕਰਦੇ ਹੈ ਤੇ ਆਸਾਂ ਪੂਰੀਆਂ ਕਰਦੇ ਹੈ। ਪੜਹਿ ਸ਼ਬਦ ਕਰ ਪ੍ਰੇਮ ਹੁਲਾਸਾ। ਪ੍ਰੇਮ ਤੇ ਆਨੰਦ ਵਿੱਚ ਹੋ ਕਰਕੇ ਗੁਰੂ ਕੇ ਸ਼ਬਦ ਨੂੰ, ਗੁਰਬਾਣੀ ਨੂੰ ਪੜ੍ਹਦੀ ਹੈ ਸੰਗਤ। ਕਿਤਕ ਸਮੀਪ ਰਹਿ ਸੁਖ ਪਾਈ। ਕਿੰਨੇ ਕੁ ਜਾਣੇ ਜਿਹੜੇ ਹੈ ਉਹ ਤੇ ਸਤਿਗੁਰ ਜੀ ਦੇ ਕੋਲ ਹੀ ਰਹਿੰਦੇ ਆ ਸੁਖ ਪਾ ਕੇ। ਕਿਤਕ ਦਰਸ ਕਰ ਸਦਨ ਸਿਧਾਈ। ਕਈ ਇੱਕ ਜਿਹੜੇ ਹੈ ਦਰਸ਼ਨ ਕਰਕੇ ਤੇ ਆਪਣੇ ਘਰਾਂ ਨੂੰ ਚਲੇ ਜਾਂਦੇ ਹੈ। ਇਸ ਪ੍ਰਕਾਰ ਬੀਤਿਓ ਕਿਤ ਕਾਲਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਕਹਿੰਦੇ ਕਿੰਨਾ ਹੀ ਸਮਾਂ ਹੋਰ ਬੀਤਿਆ ਲੰਘਿਆ ਹੈ। ਬਹੁਰ ਤਪ ਹੈ ਤਪ ਕਠਨ ਕਿਰਪਾਲਾ। ਗੁਰੂ ਸਾਹਿਬ ਜੀ ਨੇ ਘਾੜ ਕਮਾਈ ਸਖਤੀ ਸ਼ੁਰੂ ਕਰ ਦਿੱਤੀ। ਕਹਿੰਦੇ ਜੋ ਕਠਨ ਤਪ ਹੈ ਨਾ, ਸਰੀਰ ਨੂੰ ਬਹੁਤ ਤੰਗੀ ਦੇਣੀ, ਉਹ ਤਪ ਨੂੰ ਸਾਧਨਾ ਸ਼ੁਰੂ ਨੇ ਕਰ ਦਿੱਤਾ ਮਹਾਰਾਜ ਨੇ। ਜਿਹੜਾ ਤਪ ਕਠਣੀ ਤਪਾਉਣਾ ਸ਼ੁਰੂ ਕਰ ਦਿੱਤਾ ਹੈ। ਭੋਜਨ ਤਜਿਓ ਨਾ ਅਚੈ ਕਦਾਈ। ਹੁਣ ਸਤਿਗੁਰ ਜੀ ਨੇ ਭੋਜਨ ਵੀ ਛੱਡ ਦਿੱਤਾ ਹੈ, ਭੋਜਨ ਵੀ ਨਹੀਂ ਛਕਦੇ ਕਦੀ। ਏਕ ਅਰਕ ਫੁੱਲ ਖਾਏ ਮੰਗਾਈ। ਇੱਕੋ ਜਿਹੜਾ ਅੱਕ ਹੈ, ਅੱਕ ਦਾ ਫੁੱਲ ਉਹ ਸਤਿਗੁਰ ਜੀ ਖਾ ਲੈਂਦੇ। ਅੱਕ ਦਾ ਜਿਹੜਾ ਲੌਂਗ ਹੈ ਉਸ ਨੂੰ ਛਕ ਲੈਂਦੇ ਮੰਗਾ ਕੇ, ਹੋਰ ਪ੍ਰਸ਼ਾਦਾ ਕੁਝ ਨਹੀਂ ਛਕਦੇ। ਇਸ ਪ੍ਰਕਾਰ ਨਿਸ ਦਿਵਸ ਬਿਤਾਵਹਿ। ਉਸ ਲੌਂਗ ਦੇ ਅੱਕ ਨਾਲ, ਜਿਹੜਾ ਅੱਕ ਦਾ ਲੌਂਗ ਹੈ, ਅੱਕ ਦਾ ਫੁੱਲ ਜਿਹਾ ਹੈ, ਉਸ ਨਾਲ ਹੀ ਮਹਾਰਾਜ ਰਾਤ ਹੋਵੇ ਦਿਨ ਬਿਤਾਉਂਦੇ ਹੈ। ਪੁਨ ਜਲ ਆਦ ਨਾ ਕੰਠ ਪਚਾਵਹਿ। ਚਲੋ ਵੀ ਚਲੋ, ਜੇ
ਅੱਕ ਦਾ ਲੌਂਗ ਫੁੱਲ ਹੀ ਖਾ ਲਿਆ, ਚਲੋ ਪਾਣੀ ਪੀ ਲਈ, ਕੁਝ ਆਸਰਾ ਹੋ ਜੂ। ਪਰ ਨਹੀਂ, ਕਹਿੰਦੇ ਮਹਾਰਾਜ ਜਲ ਆਦਿਕ ਕੁਝ ਹੋਰ ਤਰਲ ਪਦਾਰਥ ਉਹ ਵੀ ਨਹੀਂ ਛਕਦੇ ਵੀ ਕੰਠ ਵਿੱਚ ਇਹੀ ਪਚ ਜਾਏ, ਕੁਝ ਨਹੀਂ ਛਕਦੇ, ਇੱਕ ਫੁੱਲ ਲੌਂਗ ਦੇ ਸਹਾਰੇ ਰਹਿ ਰਹੇ ਐ। ਦੋਏ ਕੋਸ ਲਗ ਕੀਨ ਨਿਸ਼ਾਨੀ। ਤੇ ਗੁਰੂ ਮਹਾਰਾਜ ਨੇ ਆਪਣੀ ਕੁਟੀਆ ਦੇ ਧਰਮਸ਼ਾਲਾ ਦੇ ਵਿੱਚ ਸਾਲੇ ਸਥਾਨ ਤੇ 2 ਕੋਹ ਤੱਕ ਇੱਕ ਨਿਸ਼ਾਨੀ ਜੀ ਲਾਉਣਾ ਕੀਤੀ ਹੈ। ਤਿਨ ਕੇ ਵਿੱਚ ਵਿਚਰਤ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰ ਜੀ ਉਸ ਨਿਸ਼ਾਨੀ ਦੇ ਵਿੱਚ ਹੀ ਵਿਚਰਦੇ, ਭਾਵ 2 ਕੋਹ ਉਹਦੇ ਵਿੱਚ ਹੀ ਵਿਚਰਦੇ, ਅੱਗੇ ਪਿੱਛੇ ਨਾ ਗਾਂਹ ਤੇ ਨਾ ਪਿਛਾਂਹ ਜਾਂਦੇ ਹੈ। ਸ੍ਰੀ ਮੁਖ ਤੇ ਸੁਭ ਸ਼ਬਦ ਉਚਾਰਹਿ। ਸੋਭਾ ਵਾਲੇ ਮੁਖ ਤੋਂ ਸਤਿਗੁਰ ਜੀ ਜਿਹੜੇ ਚੰਗੇ ਗੁਰਬਾਣੀ ਦੇ ਧੁਰਕੀ ਬਾਣੀ ਦੇ ਸ਼ਬਦ ਉਚਾਰਦੇ ਹੈ। ਠਾਂਡੇ ਸਗਰੋ ਦਿਵਸ ਗੁਜ਼ਾਰਹਿ। ਗੁਰੂ ਸਾਹਿਬ ਜੀ ਦੀ ਇਹ ਸਾਧ ਸੰਗਤ ਦੀ ਮੌਜ, ਐਸਾ ਤਪ ਸ਼ੁਰੂ ਕੀਤਾ ਵੀ ਸਾਰਾ ਦਿਨ ਮਹਾਰਾਜ ਖੜਿਆਂ ਗੁਜ਼ਾਰ ਦਿੰਦੇ, ਬੈਠਦੇ ਨਹੀਂ ਹਨ। ਦੋਹਰਾ ਇਤ ਤੇ ਉਤ, ਉਤ ਤੇ ਸੋ। ਇਤ ਤੇ ਉਤ, ਉਤ ਤੇ ਸੋ ਇਤ। ਐਵੇਂ ਗੁਰੂ ਮਹਾਰਾਜ 2 ਕੋਹ ਜਿਹੜਾ ਨਿਸ਼ਾਨੀ ਲਾਈ ਹੈ ਨਾ, ਉਸ ਥਾਂ ਦੇ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਹੀ ਵਿਚਰੀ ਜਾਂਦੇ ਹੈ। ਬਾਸੁਰ ਕਰਾਂ ਬਿਹਾਏ। ਸਾਰਾ ਦਿਨ ਐਵੇਂ ਬਤੀਤ ਕਰ ਦਿੰਦੇ ਮਹਾਰਾਜ ਜੀ। ਕਰ ਕੁਪੀਨ ਕਟ ਤਾਂਬਰ ਕੀ। ਤੇ ਆਪਣੀ ਸੋਹਣੀ ਕਮਰ ਦੇ ਨਾਲ ਜਿਹੜੀ ਹੈ ਕੁਪੀਨ, ਉਹ ਜਿਹੜੀ ਹੈ ਲਾਲ ਰੰਗ ਦੀ ਬੰਨੀ ਹੋਈ ਹੈ ਲੱਕ ਦੇ ਨਾਲ, ਭਾਵ ਐਵੇਂ ਪਰਦਾ ਜੇ ਕੱਜਿਆ ਹੋਇਆ ਹੈ। ਸਿਰ ਦੋ ਕੂਲ ਸੁਹਾਏ। ਤੇ ਸੀਸ ਉੱਪਰ ਸਾਧ ਸੰਗਤ ਜੀ ਜਿਹੜਾ ਇੱਕ ਛੋਟੀ ਜਿਹੀ ਜਿਹੜੀ ਪੱਗ ਹੈ ਉਹ ਸੋਭਨੀਕ ਹੋ ਰਹੀ ਹੈ, ਭਾਵ ਪਟਕਾ ਜਿਹਾ ਮਹਾਰਾਜ ਨੇ ਸੀਸ ਤੇ ਬੰਨਿਆ ਹੋਇਆ ਛੋਟਾ ਜਿਹਾ, ਤੇ ਜਿਹੜਾ ਹੈ ਲੱਕ ਦੇ ਨਾਲ ਕੁਪੀਣ ਬੱਧੀ ਹੋਈ ਹੈ ਛੋਟੀ ਜਿਹੀ ਜਿਹੜੀ ਹੁੰਦੀ ਹੈ। ਐਵੇਂ ਸਰੀਰ ਦਾ ਪਰਦਾ ਹੀ ਕੱਜਿਆ, ਬਾਕੀ ਸਾਰਾ ਸਰੀਰ ਹੀ ਸਤਿਗੁਰ ਜੀ ਦਾ ਨੰਗੇਜ ਵਿੱਚ ਹੀ ਹੈ। ਚੌਪਈ ਸਗਰੇ ਤਿਆਗੇ ਅਪਰ ਜੇ ਚੀਰਾ। ਸਾਰੇ ਜਿਹੜੇ ਵਸਤਰ ਹੈ ਮਹਾਰਾਜ ਨੇ ਛੱਡ ਦਿੱਤੇ, ਹੁਣ ਨਹੀਂ ਕੋਈ ਵੀ ਚਾਦਰਾ ਆਦਿਕ ਲੈਂਦੇ। ਫਿਰੈ ਪ੍ਰਭੂ ਨਗਨ ਸਰੀਰਾ। ਗੁਰੂ ਮਹਾਰਾਜ ਜਿਵੇਂ ਨਗਨ ਸਰੀਰ 'ਚ ਪਰਦਾ ਹੀ ਕੱਜਿਆ, ਬਾਕੀ ਸਾਰਾ ਸਰੀਰ ਬੇਪਰਦੀ ਹੈ। ਪਹਰ ਆਏ ਵਿਭਾਵਰ ਜਬ ਹੀ। ਜਦੋਂ ਕਹਿੰਦੇ ਦਿਨ ਬੀਤ ਜਾਂਦਾ, ਰਾਤ ਹੋ ਆਉਂਦੀ ਹੈ। ਇਹ ਸਥਿਤ ਹੋਏ ਕੁਟੀ ਮਹਤਬ ਹੀ। ਮਹਾਰਾਜ ਕੱਲਿਆਂ ਕਾਂਤ ਵਿੱਚ ਜਾ ਕੇ ਜਿਹੜੀ ਕੁਟੀਆ ਬਣਾਈ ਹੋਈ ਵੱਖਰੀ ਜੀ, ਉਹਦੇ ਵਿੱਚ ਹੀ ਜਾ ਕੇ ਇਸਤ ਹੋ ਜਾਂਦੇ ਹੈ। ਜਿੱਥੇ ਰੋੜਾਂ ਦੀ ਵਿਛਾਈ ਕੀਤੀ ਉਹਦੇ ਉੱਪਰ ਹੀ ਟਿਕ ਜਾਂਦੇ ਹੈ। ਸਹਿਜਾ ਰੋਰਨ ਕੀ ਜੋ ਬਣਾਈ। ਜੋ ਗੁਰੂ ਮਹਾਰਾਜ ਨੇ ਆਪਣੇ ਬਰਾਜਨ ਦੀ ਸਹਿਜਾ ਰੋੜਿਆਂ ਦੀ ਬਣਾਈ ਹੋਈ, ਬੜੇ ਸਖਤ ਰੋੜੇ ਹਨ। ਤਿਹ ਪਰ ਪੌੜ ਰਹਿ ਗਤ ਦਾਈ। ਜੋ ਸਭ ਨੂੰ ਮੁਕਤੀ ਦੇਣ ਵਾਲੇ ਮਹਾਰਾਜ ਅੱਜ ਆਪ ਉਸ ਰੋੜਾਂ ਦੀ ਸੇਜ ਉੱਪਰ ਹੀ ਬਿਰਾਜ ਰਹੇ ਹੈ। ਵੱਡੀ ਭੋਰ ਉਠ ਸਰਤਾ ਤੀਰਾ। ਵੱਡੀ ਜਦੋਂ ਵੱਡੀ ਸਵੇਰ ਹੁੰਦੀ, ਭਾਵ ਆ ਸਵਾ ਪਹਿਰ ਰਾਤ ਰਹਿੰਦਾ, 2 ਵਜੇ ਮਹਾਰਾਜ ਉੱਠ ਖੜੋਂਦੇ ਹੈ। ਉੱਠ ਕਰਕੇ ਰਾਵੀ ਨਦੀ ਦੇ ਕਿਨਾਰੇ ਤੇ ਜਾਏ ਸੋ ਮੱਝਾਂ ਗੁਣੀ ਗਹੀਰਾ। ਗੁਣਾਂ ਦੇ ਸਮੁੰਦਰ ਮਹਾਰਾਜ ਜੀ ਜਾਬਰਾਜ ਦੇ ਇਸ਼ਨਾਨ, ਉੱਥੇ ਜਾ ਕੇ ਨਦੀ ਵਿੱਚ ਖੜ ਜਾਂਦੇ, ਇਸ਼ਨਾਨ ਕਰਦੇ। ਰਾਤ ਦਿਨ ਮਹਾਰਾਜ ਸਾਰਾ ਦਿਨ ਬੈਠਦੇ ਨਹੀਂ ਹੈ, ਤੇ ਉੱਧਰੋਂ ਰਾਤ ਪੈਂਦੀ ਹੈ ਜੀ, ਪੈਣ ਹੀ ਲੱਗਦੀ ਹੈ, ਤੇ 12-1 ਵਜੇ ਤੋਂ ਬਾਅਦ ਮਹਾਰਾਜ ਫਿਰ ਚੱਲ ਕੇ ਇਸ਼ਨਾਨ ਕਰ ਲਈ ਚੱਲ ਪੈਂਦੇ ਹੈ। ਕਰੀ ਨਿਸ਼ਾਨੀ ਤਿਨ ਕੇ ਮਾਹੀ। ਜੋ ਸਤਿਗੁਰੂ ਜੀ ਨੇ 2 ਕੋਹ ਦੇ ਵਿੱਚ ਨਿਸ਼ਾਨੀ ਲਾਉਣਾ ਕੀਤੀ ਹੈ। ਵਿਚਰਹਿ ਪੁਨ ਬੈਠਹਿ ਪ੍ਰਭ ਨਾਹੀ। ਗੁਰੂ ਮਹਾਰਾਜ ਇਸ਼ਨਾਨ ਕਰਕੇ ਆ ਜਾਂਦੇ ਆ, ਉਹ 2 ਕੋਹ ਵਿੱਚ ਹੀ ਵਿਚਰੀ ਜਾਂਦੇ ਆ, ਫਿਰਦੇ ਇੱਧਰ ਉੱਧਰ ਤੁਰੀ ਫਿਰੀ ਜਾਂਦੇ ਆ। ਗੁਰੂ ਮਹਾਰਾਜ ਬੈਠਦੇ ਨਹੀਂ ਹਨ ਵੀ ਆਰਾਮ ਹੀ ਕਰ ਲਈਏ। ਕਿਤਕ ਕਾਲ ਇਉ ਬਿਤਵਨ ਕੀਨਾ। ਕਿੰਨਾ ਸਮਾਂ ਹੀ ਸਤਿਗੁਰੂ ਜੀ ਨੇ ਐਵੇਂ ਲੰਘਾਉਣਾ ਕੀਤਾ, ਬੀਤਿਆ ਹੈ। ਬਾਹਰ ਅਰਕ ਫੁੱਲ ਸੋ ਤਜ ਦੀਨਾ। ਫਿਰ ਮਹਾਰਾਜ ਦੀ ਮੌਜ ਹੈ, ਕਹਿੰਦੇ ਜੋ ਅੱਕ ਦਾ ਫੁੱਲ ਸੀ, ਅੱਕ ਦਾ ਲੌਂਗ ਜਿਹਾ,
ਉਹ ਵੀ ਮਾਰੇ ਨੇ ਛੱਡ ਦਿੱਤਾ ਛਕਣਾ। ਸਿਕਤਾ ਇੱਕ ਮਾਸਾ ਮੁਖ ਪਾਵਹਿ। ਇੱਕ ਜੋ ਰੇਤਾ ਦਾ ਕਿਣਕਾ ਨਾ ਮਾਸਾ ਕੁ ਜਿੰਨਾ, ਉਹ ਕਿਣਕਾ ਰੇਤਾ ਦਾ ਮਾਸਾ ਕੁ ਜਿੰਨਾ ਉਹੀਓ ਮੁੱਖ ਵਿੱਚ ਪਾਉਂਦੇ। ਹੁਣ ਰੇਤ ਦਾ ਕਿਣਕਾ ਜਿਹਾ ਹੀ ਛਕਦੇ ਹੈ। ਤਿਆਗਿਓ ਔਰ ਨਹੀਂ ਕੁਛ ਖਾਵਹਿ। ਉਹ ਸਭ ਕੁਝ ਹੀ ਛੱਡ ਦਿੱਤਾ ਹੈ, ਕੁਝ ਨਹੀਂ ਮਹਾਰਾਜ ਛਕਦੇ। ਇੱਕ ਰੇਤ ਦਾ ਕਿਣਕਾ ਕਿਤੇ ਕਿੰਨਾ ਕੁ ਹੁੰਦਾ, ਉਹਦੇ ਆਸਰੇ ਸਤਿਗੁਰੂ ਮਹਾਰਾਜ ਰਹਿੰਦੇ ਹੈ। ਸ੍ਰੀ ਮੁਖ ਪੰਕਜ ਬਚਨ ਅਲਾਵਾ। ਤੇ ਸੋਭਾ ਵਾਲੇ ਮੁਖ ਤੋਂ ਰੇਤ ਦਾ ਕਿਣਕਾ ਛਕੇ ਤੇ ਇਹੀਓ ਬਚਨ ਉਚਾਰਦੇ ਕਹਿੰਦੇ ਹੈ। ਨਾਮ ਸੁਹਾਵਾ ਵਖਤ ਸੁਹਾਵਾ। ਹੇ ਪਰਮੇਸ਼ਰ, ਜਿਹੜਾ ਤੇਰਾ ਨਾਮ ਹੈ ਨਾ ਉਹੀਓ ਸੋਹਣਾ ਹੈ, ਜਿਹੜਾ ਵਕਤ ਹੈ ਅੰਮ੍ਰਿਤ ਵੇਲਾ ਉਹੀਓ ਸੋਹਣਾ ਹੈ। ਪਰਮਾਤਮਾ ਹੋਰ ਕੁਝ ਨਹੀਂ ਸੋਹਣਾ। ਇੱਕ ਤਾਂ ਅੰਮ੍ਰਿਤ ਵੇਲੇ ਉੱਠ ਕੇ, ਅੰਮ੍ਰਿਤ ਵੇਲੇ ਜਿਹੜਾ ਉੱਠਣਾ ਉਹ ਵਕਤ ਸੋਹਣਾ ਹੈ। ਇੱਕ ਤੇਰਾ ਨਾਮ ਸੋਹਣਾ ਹੈ ਜਿਹੜਾ ਜਪਿਆ ਜਾਏ। ਇਸੇ ਤਰ੍ਹਾਂ ਹੇ ਪਰਮੇਸ਼ਰ, ਤੇਰਾ ਨਾਮ ਬੜਾ ਸੋਭਨੀਕ ਹੈ। ਵਕਤ ਸੁਹਾਵਾ, ਜਿਸ ਰੁੱਤ ਵਿੱਚ ਤੈਨੂੰ ਜਪਿਆ ਜਾਏ ਉਹ ਰੁੱਤ ਸੋਹਣੀ ਹੈ, ਉਹ ਵਕਤ ਸੋਹਣਾ। ਉਹ ਮਹਾਰਾਜ ਦੁੱਖ ਦਾ ਵਕਤ ਸੋਹਣਾ ਜਦੋਂ ਤੈਨੂੰ ਜਪਿਆ ਜਾਏ। ਸੱਚਾ ਪਾਤਸ਼ਾਹ, ਉਹ ਮਹੀਨੇ ਦਾ ਵਕਤ ਸੋਹਣਾ ਜਦੋਂ ਤੈਨੂੰ ਜਪਿਆ ਜਾਏ। ਉਹ ਦਿਨ ਦਾ ਵਕਤ ਸੋਹਣਾ ਜਦੋਂ ਤੈਨੂੰ ਧਿਆਇਆ ਜਾਏ। ਉਹ ਪਲ ਸੋਹਣਾ ਹੈ, ਉਹ ਘੜੀ ਸੋਹਣੀ ਹੈ, ਉਹ ਚਸਾ, ਉਹ ਬਿੰਦ, ਉਹ ਚੁੱਕ ਸਮਾਂ ਵਕਤ ਸੋਹਣਾ ਜਦੋਂ ਤੈਨੂੰ ਜਪਿਆ ਜਾਏ। ਤੇਰਾ ਨਾਮ ਤੇ ਸੋਹਣਾ ਹੈ ਹੀ ਹੈ ਸੱਚਾ ਪਾਤਸ਼ਾਹ। ਮਹੀਨੇ, ਘੜੀਆਂ, ਪਲ, ਘੰਟੇ ਉਹ ਸਭ ਸੋਹਣੇ ਹੈ ਜਦੋਂ ਤੇਰਾ ਨਾਮ ਜਪਿਆ ਜਾਏ। ਇਹ ਸਤਿਗੁਰੂ ਜੀ ਮੁਖੋਂ ਕਹੀ ਜਾਂਦੇ ਹੈ। ਇੱਕ ਵਡਹੰਸ ਰਾਗ ਵਿੱਚ ਸ਼ਬਦ ਆਉਂਦਾ ਮਹਾਰਾਜ ਜੀ ਦਾ, ਜਿਹੜੇ ਕਵੀ ਜੀ ਨੇ ਉਸ ਤੋਂ ਹੀ ਮਾਨੋ ਕੇ ਲੱਥਾ ਕੀਤਾ ਹੈ। ਜਿਹੜਾ ਸ਼ਬਦ ਆਉਂਦਾ ਵੀ ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨਕਜ ਲੰਮੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ। ਉਹ ਸ਼ਬਦ ਦਾ ਤੀਸਰਾ ਪਦਾ ਹੁੰਦਾ ਵੀ ਤੇਰਾ ਵਕਤ ਸੁਹਾਵਾ, ਅੰਮ੍ਰਿਤ ਤੇਰੀ ਬਾਣੀ, ਸੇਵਕ ਸੇਵ ਹੈ ਭਾਉ ਕਰ, ਲਾਗਾ ਸੌ ਪ੍ਰਾਣੀ, ਸੌ ਪ੍ਰਾਣੀ ਤਿਨਾ ਲਾਗਾ, ਜਿਨੀ ਅੰਮ੍ਰਿਤ ਪਾਇਆ, ਜਿਨੀ ਅੰਮ੍ਰਿਤ ਪਾਇਆ। ਨਾਮ ਤੇਰੇ ਜੋ ਇਰਾਤੇ, ਨਿਤ ਚੜ੍ਹੈ ਸਵਾਇਆ। ਇੱਕ ਕਰਮ ਧਰਮ ਨਾ ਹੋਏ ਸੰਜਮ, ਜਾਮਨਾ ਇੱਕ ਪਛਾਣੀ, ਵਕਤ ਸੁਹਾਵਾ ਸਦਾ ਤੇਰਾ, ਅੰਮ੍ਰਿਤ ਤੇਰੀ ਬਾਣੀ। ਇਹ ਗੁਰੂ ਜੀ ਨੇ ਸ਼ਬਦ ਉਚਾਰਿਆ। ਉਸੇ ਦੇ ਕਵੀ ਜੀ ਇੱਥੇ ਲੱਥਾ ਕਰ ਰਹੇ ਹੈ ਵੀ ਪਰਮਾਤਮਾ ਤੇਰਾ ਸੱਚਾ ਪਾਤਸ਼ਾਹ ਉਹ ਵਕਤ ਸੋਹਣਾ ਹੈ ਜਦੋਂ ਤੇਰਾ ਕਹੀਏ ਨਾਮ ਜਪਿਆ ਜਾਂਦਾ, ਤੇਰਾ ਨਾਮ ਸਿਮਰਿਆ ਜਾਂਦਾ ਅਤੇ ਅੰਮ੍ਰਿਤ ਰੂਪ ਤੇਰੀ ਬਾਣੀ ਦਾ ਜਾਪ ਜਪਿਆ ਜਾਂਦਾ। ਜਿਸ ਵਕਤ ਵਿੱਚ ਸੇਵਕ ਸੇਵ ਹੈ ਭਾਉ ਕਰ, ਲਾਗਾ ਸੌ ਪ੍ਰਾਣੀ। ਮਹਾਰਾਜ ਤੇਰੇ ਸੇਵਕ ਤੈਨੂੰ ਪ੍ਰੇਮ ਕਰਕੇ ਤੇਰੀ ਸੇਵਾ ਕਰਦੇ ਆ, ਲਾਗਾ ਸੌ ਪ੍ਰਾਣੀ। ਉਹਨਾਂ ਨੂੰ ਤੇਰੇ ਨਾਮ ਦਾ ਸਵਾਦ ਬੜਾ ਲੱਗਾ ਹੈ, ਉਹਨਾਂ ਨੂੰ ਸਵਾਦ ਲੱਗਾ ਹੋਇਆ। ਜਿਨ੍ਹਾਂ ਨੂੰ ਸਵਾਦ ਲੱਗਾ ਉਹੀਓ ਪ੍ਰੇਮ ਕਰਕੇ ਤੇਰੇ ਨਾਮ ਨੂੰ ਸਿਮਰਦੇ ਹੈ। ਸੌ ਪ੍ਰਾਣੀ ਤਿਨਾ ਲਾਗਾ, ਜਿਨੀ ਅੰਮ੍ਰਿਤ ਪਾਇਆ। ਸਵਾਦ ਸੱਚਾ ਪਾਤਸ਼ਾਹ ਉਹਨਾਂ ਪ੍ਰਾਣੀ ਨੂੰ ਲੱਗਾ ਹੈ ਜਿਨ੍ਹਾਂ ਤੇਰਾ ਅੰਮ੍ਰਿਤ ਰੂਪ ਨਾਮ ਪਾਇਆ ਹੋਇਆ ਹੈ। ਨਾਮ ਤੇਰੇ ਜੋ ਰੱਤੇ ਨਿਤ ਚੜ੍ਹੈ ਸਵਾਇਆ। ਜਿਹੜੇ ਤੇਰੇ ਨਾਮ ਵਿੱਚ ਰੱਤੇ ਜੁੜਦੇ ਆ ਮਹਾਰਾਜ, ਉਹਨਾਂ ਦੀ ਦੂਣ ਸਵਾਈ ਦਿਨ ਬੇ ਦਿਨ ਚੜ੍ਹਦੀ ਹੈ। ਉਹਨਾਂ ਦਾ ਜਸ ਵਡਿਆਈ ਹੁੰਦੀ ਹੈ। ਉਹਨਾਂ ਦਾ ਦਿਨ ਨਿਤ ਚੜ੍ਹੈ ਸਵਾਇਆ, ਉਹਨਾਂ ਦਾ ਜਸ ਹਮੇਸ਼ਾ ਹਮੇਸ਼ਾ ਦੂਣਾ ਚੌਣਾ ਚੜ੍ਹਦਾ ਹੈ। ਇੱਕ ਕਰਮ ਧਰਮ ਨਾ ਹੋਏ ਸੰਜਮ, ਜਾਮਨਾ ਇੱਕ ਪਛਾਣੀ। ਮਹਾਰਾਜ ਜੇ ਤੈਨੂੰ ਇੱਕ ਤੇਰੇ ਨਾਮ ਨੂੰ ਨਹੀਂ ਪਛਾਣਿਆ, ਤੈਨੂੰ ਨਹੀਂ ਪਛਾਣਿਆ, ਕਰਮ ਧਰਮ ਸਭ ਵਿਅਰਥ ਹੈ, ਉਹ ਕਿਸੇ ਕੰਮ ਨਹੀਂ ਹੈ। ਵਕਤ ਸੁਹਾਵਾ ਸਦਾ ਤੇਰਾ, ਅੰਮ੍ਰਿਤ ਤੇਰੀ ਬਾਣੀ। ਉਹ ਵਕਤ ਸੋਭਨੀਕ ਹੈ ਜੋ ਤੇਰਾ ਨਾਮ ਸਿਮਰਿਆ ਜਾਂਦਾ, ਅੰਮ੍ਰਿਤ ਰੂਪ ਤੇਰੀ ਬਾਣੀ ਨੂੰ ਜਪਿਆ ਜਾਂਦਾ, ਉਹ ਵਕਤ ਸੋਹਣਾ ਹੈ। ਇਵੇਂ ਗੁਰੂ ਮਹਾਰਾਜ ਰੇਤ ਦਾ ਕਿਣਕਾ ਇੱਕ ਮਾਸਾ ਕੇ ਜਿੰਨਾ ਮੁੱਖ 'ਚ ਪਾਉਂਦੇ ਆ। ਸਭ ਕੁਝ ਛੱਡਿਆ ਹੋਇਆ, ਕੁਝ ਨਹੀਂ ਛਕਦੇ ਅਤੇ ਕਮਲ ਵਰਗੇ ਸੁਭਾਏ ਮਾਨ ਸੋਹਣੇ ਮੁਖ ਤੋਂ ਹੀ ਕਹਿੰਦੇ ਆ, ਨਾਉ ਸੁਹਾਵਾ ਵਕਤ ਸੁਹਾਵਾ। ਪਰਮੇਸ਼ਰ ਤੇਰਾ ਨਾਮ ਵੀ ਸੋਭਨੀਕ ਸੋਹਣਾ ਹੈ,
ਉਹ ਵਕਤ ਵੀ ਸੋਹਣਾ ਹੈ ਜਦੋਂ ਜਪਿਆ ਜਾਏ। ਵਿਚਰਹਿ ਉਚਰਤ ਇਸੀ ਪ੍ਰਕਾਰਾ। ਇਸੇ ਤਰ੍ਹਾਂ ਉਚਾਰਦੇ ਮਹਾਰਾਜ ਵਿਚਰਦੇ। ਦੋ ਕੋ ਰਸਤੇ ਜਿਹੜਾ ਬਣਾ ਨਿਸ਼ਾਨੀ ਲਈ, ਉਹਦੇ ਵਿੱਚ ਇਹੀ ਗੱਲ ਬਚਨ ਕਹੀ ਜਾਂਦੇ ਆ। ਮਸਤਕ ਦੀਪਾ ਤੇਜ ਅਤ ਭਾਰਾ। ਗੁਰੂ ਮਹਾਰਾਜ ਜੀ ਦੇ ਮਸਤਕ ਜਿਹੜਾ ਹੈ, ਮੱਥੇ ਦਾ ਤੇਜ ਹੈ, ਉਹ ਮਸਤਕ ਦਾ ਤੇਜ ਕਹਿੰਦੇ ਬੜਾ ਭਾਰੀ ਜਿਹੜਾ ਪ੍ਰਕਾਸ਼ ਰਿਹਾ, ਬੜਾ ਮਸਤਕ ਚਮਕਦਮ ਕਰਿਆ ਗੁਰੂ ਸਾਹਿਬ ਜੀ ਦਾ। ਸੁਨ ਸੁਨ ਸਿਫਤ ਆਏ ਨਰ ਪੂਰੰ। ਵੀ ਗੁਰੂ ਮਹਾਰਾਜ ਐਸਾ ਕਠਨ ਤਪ ਕਰ ਰਹੇ ਆ, ਸੁਣ ਸੁਣ ਕੇ ਗੁਰੂ ਸਾਹਿਬ ਜੀ ਦੀ ਸਿਫਤ ਬੇਅੰਤ ਮਾਈ ਭਾਈ ਉੱਥੇ ਆ ਰਹੇ ਹੈ। ਦਰਸ਼ਨ ਦੇਖ ਰਹਾ ਹਦੂਰੰ। ਦਰਸ਼ਨ ਦੇਖਦੇ ਆ ਤੇ ਮਹਾਰਾਜ ਦੇ ਨੇੜੇ ਰਹਿੰਦੇ, ਕੋਲ ਹੋ ਜਾਂਦੇ ਆ। ਜੋ ਨਰ ਆਏ ਚਰਨ ਲਪਟਾਵਾ। ਜੋ ਵੀ ਪੁਰਸ਼ ਆਉਂਦਾ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਆ ਕੇ ਲੱਗਦਾ, ਮੱਥਾ ਟੇਕਦਾ ਹੈ। ਤਿਨ ਸੋ ਆਸ ਪ੍ਰਭ ਬਚਨ ਅਲਾਵਾ। ਉਹਨਾਂ ਨਾਲ ਗੁਰੂ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਬਚਨ ਕਹਿੰਦੇ ਐ। ਬਸ ਕਰ ਪੁਰਖਾ ਭਲਾ ਸੋ ਹੋਈ। ਜਦੋਂ ਮੱਥਾ ਟੇਕਦਾ ਨਾ ਕੋਈ ਗੁਰੂ ਕਾ ਸਿੱਖ, ਮਹਾਰਾਜ ਕਹਿੰਦੇ ਬਸ ਕਰ ਪੁਰਖਾ, ਬਸ ਕਰ, ਪਰਮੇਸ਼ਰ ਤੇਰਾ ਭਲਾ ਕਰੂਗਾ, ਤੇਰਾ ਭਲਾ ਹੋ ਜਾਊਗਾ। ਸਿਮਰੋ ਨਾਮ ਸਕਲ ਦੁਖ ਹੋਈ। ਇਹ ਮੱਥੇ ਨੂੰ ਟੇਕਣਾ ਛੱਡ ਕੇ ਜੋ ਦੁੱਖਾਂ ਨੂੰ ਖੋਣ ਵਾਲਾ ਹੈ ਨਾ, ਸਤਿਨਾਮ ਵਾਹਿਗੁਰੂ, ਉਸ ਨਾਮ ਨੂੰ ਸਿਮਰ ਜੋ ਸਾਰੇ ਦੁੱਖਾਂ ਨੂੰ ਨਾਸ ਕਰ ਦੇਗਾ। ਕੇਤਕ ਦਿਨ ਇਉ ਗੁਰੂ ਗੁਜ਼ਾਰੇ। ਕਿੰਨੇ ਦਿਨ ਐਵੇਂ ਮਹਾਰਾਜ ਨੇ ਗੁਜ਼ਾਰੇ ਆ। ਜਿਹੜਾ ਮੱਥਾ ਟੇਕਦਾ ਨੂੰ ਇਹ ਕਹਿੰਦੇ ਬਸ ਕਰ ਪੁਰਖਾ, ਤੇਰਾ ਪਰਮੇਸ਼ਰ ਭਲਾ ਕਰੂਗਾ, ਤੂੰ ਨਾਮ ਜਪ। ਐਵੇਂ ਕਿੰਨੇ ਦਿਨ ਗੁਜ਼ਾਰੇ, ਮੱਥਾ ਵੀ ਨਹੀਂ ਮਹਾਰਾਜ ਟੇਕਣ ਦਿੰਦੇ। ਕਲ ਮੈਂ ਨਾਮ ਦੇ ਨਰ ਤਾਰੇ। ਜਿਨ੍ਹਾਂ ਸਤਿਗੁਰਾਂ ਜੀ ਨੇ ਕਲਯੁਗ ਦੇ ਸਮੇਂ ਵਿੱਚ ਵਾਹਿਗੁਰੂ ਦਾ ਨਾਮ ਬਖਸ਼ ਕੇ ਅਨੇਕਾਂ ਹੀ ਪੁਰਸ਼ ਤਾਰੇ ਐ। ਦਰਸ਼ਨ ਦੇਖਤ ਸ਼ਬਦ ਸੁਨੰਤੇ। ਜਿਨ੍ਹਾਂ ਸਤਿਗੁਰਾਂ ਦਾ ਦਰਸ਼ਨ ਦੇਖਦਿਆਂ ਤੇ ਸ਼ਬਦਾਂ ਉਪਦੇਸ਼ਾਂ ਨੂੰ ਸੁਣਦਿਆਂ ਮਹਾਪਦਤ ਸੇ ਜਗਤ ਤਰੰਤੇ। ਜਿਹੜੇ ਮਹਾਪਾਪੀ ਨਾ ਬਹੁਤੇ ਗਰਕੇ ਹੋਏ ਆ, ਜਿਨ੍ਹਾਂ ਦਾ ਕੋਈ ਹੱਲ ਨਹੀਂ ਹੈ, ਉਹ ਵੀ ਸਤਿਗੁਰੂ ਜੀ ਨੇ ਸੰਸਾਰ ਤੋਂ ਤਾਰੇ ਹੈ। ਜਿਨ੍ਹਾਂ ਨੇ ਸਤਿਗੁਰੂ ਜੀ ਦਾ ਦਰਸ਼ਨ ਦੇਖਿਆ ਤੇ ਮਹਾਰਾਜ ਦੇ ਜਿਹੜੇ ਉਪਦੇਸ਼ ਸੁਣੇ ਆ ਤੇ ਉਹਨਾਂ ਦੀ ਕਮਾਈ ਕੀਤੀ ਹੈ। ਤੇ ਸਤਿਗੁਰੂ ਜੀ ਨੇ ਵੱਡੇ ਵੱਡੇ ਪਾਪੀ ਗਰਕੇ ਹੋਏ, ਜਿਨ੍ਹਾਂ ਦਾ ਕੋਈ ਹੱਲ ਨਹੀਂ ਸੀ, ਜਿਨ੍ਹਾਂ ਨੂੰ ਕੋਈ ਬਚਾ ਨਹੀਂ ਸੀ ਸਕਦਾ, ਉਹ ਸੰਸਾਰ ਤੋਂ ਮਹਾਰਾਜ ਨੇ ਤਾਰੇ ਹੈ। ਇਹ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਭਾਰੀ ਤਪੱਸਿਆ ਜਿਹੜੀ ਹੈ ਉਹ ਮਹਾਰਾਜ ਨੇ ਕੀਤੀ। ਜਿੱਥੇ ਰੋੜੀ ਸਾਹਿਬ ਗੁਰਦੁਆਰਾ ਸਾਹਿਬ ਸੁਭਾਏ ਮਾਨ ਹੈ, ਉੱਥੇ ਸਤਿਗੁਰੂ ਜੀ ਨੇ ਤਪੱਸਿਆ ਘਾਲੀ ਸੀ। ਅਤੇ ਮਹਾਰਾਜ ਜੀ ਦੇ ਐਸੇ ਘੋਰ ਤਪ ਨੂੰ ਜਿਹੜਾ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਵਿੱਚ ਬੜਾ ਖੋਲ੍ਹ ਕੇ ਬਿਆਨ ਕੀਤਾ ਹੈ। ਉਹਨਾਂ ਨੇ ਪਹਿਲੀ ਵਾਰ ਜਿਹੜੀ ਹੈ ਉਹਦੀ 24ਵੀਂ ਪੌੜੀ ਵਿੱਚ ਲਿਖਿਆ ਹੈ, ਪਹਿਲੇ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਅੱਕ ਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣ ਆਈ। ਬਾਬਾ ਪੈਦਾ ਸੱਚਖੰਡ, ਨੌ ਨਿਤ ਨਾਮ ਗਰੀਬੀ ਪਾਈ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਚੜ੍ਹਿਆ ਸੋਧਨ ਧਰਤ ਲੁਕਾਈ। ਇਹ ਭਾਈ ਗੁਰਦਾਸ ਜੀ ਨੇ ਜਿਹੜਾ ਲਿਖਿਆ ਹੋਇਆ ਆਪਣੀ ਵਾਰ ਵਿੱਚ, ਕਵੀ ਸਾਹਿਬ ਜੀ ਨੇ ਉਸ ਦਾ ਹੀ ਉਲੱਥਾ ਇੱਥੇ ਵਿਸਥਾਰ ਨਾਲ ਜਿਹੜਾ ਕੀਤਾ ਹੈ, ਜੋ ਆਪਾਂ ਸਰਵਣ ਕੀਤਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਜੀ ਦੀ ਵੱਡੀ ਕਮਾਈ ਹੈ। ਸਾਧ ਸੰਗਤ ਜੀ, ਜਿਸ ਸਤਿਗੁਰੂ ਜੀ ਦੀ ਵੱਡੀ ਕਮਾਈ ਕਰਕੇ ਹੀ ਅੱਜ ਗੁਰੂ ਕੇ ਸਿੱਖ ਭਾਵੇਂ ਗਿਣਤੀ ਵਿੱਚ ਥੋੜ੍ਹੇ ਹੀ ਹੈ, ਪਰ ਸਾਰੇ ਗੁਰੂ ਕੇ ਸਿੱਖ ਹੀ ਸੁੱਖ ਨਾਲ ਰਹਿੰਦੇ ਹੈ। ਭਾਵ ਜੋ ਗੁਰੂ ਨਾਨਕ ਦੇ ਮਹਾਰਾਜ ਨੂੰ ਭੇਖ ਰੂਪ ਵਿੱਚ ਵੀ ਜਪ ਰਹੇ, ਉਹ ਵੀ ਸੁਖੀ ਹੈ। ਇੱਕ ਪੰਜਾਬ ਹੀ ਹੈ ਜਿਹੜਾ ਚੜ੍ਹਦੀ ਕਲਾ ਨਾਲ ਆਪਣਾ ਛਕਣਾ ਛਕਾਉਣ ਪੂਰਾ ਰੱਖਦਾ, ਬਾਕੀ ਕਿਸੇ ਇਲਾਕੇ 'ਚ ਇਹੋ ਜਿਹਾ ਨਹੀਂ ਹੈਗਾ। ਜਿੱਥੇ ਮਰਜ਼ੀ ਚਲੇ ਜਾਓ, ਵਿਚਰਦੇ ਰਹੇ ਹਾਂ ਮਾੜਾ ਚੰਗਾ, ਪਰ ਐਸਾ ਕੁਝ ਵੀ ਨਹੀਂ ਹੈਗਾ। ਜੂਨ ਗੁਜ਼ਾਰਾ ਕਰਦੇ ਚੰਗੇ ਚੰਗੇ ਤਗੜੇ ਲੋਕ ਵੀ, ਖਾਣ ਪੀਣ ਵੱਲੋਂ ਢਿੱਲੇ ਹੀ ਹੈ ਇੱਥੇ। ਪਰ ਜਿੱਥੇ ਗੁਰੂ ਸਾਹਿਬ ਜੀ ਦੇ ਚਰਨ ਪਏ ਹੋਏ, ਸਭ ਤਰ੍ਹਾਂ ਨਾਲ ਚੜ੍ਹਦੀ ਕਲਾ ਹੈ। ਇਵੇਂ ਗੁਰੂ ਸਾਹਿਬ ਜੀ ਨੇ ਜੋ ਘਾਲ ਕਮਾਈ ਕੀਤੀ ਹੈ ਸਾਧ ਸੰਗਤ ਜੀ, ਉਹੀ ਆਪਾਂ ਖਾ ਰਹੇ ਹਾਂ।
ਸਾਡੀ ਕੋਈ ਕਮਾਈ ਨਹੀਂ ਆ। ਅਸੀਂ ਭਾਵੇਂ ਕਹਿੰਦੇ ਵੀ ਮੈਂ ਕਮਾਈ ਕਰਦਾ, ਅਸੀਂ ਕੋਈ ਕਮਾਈ ਨਹੀਂ ਕੀਤੀ। ਉਹ ਗੁਰੂ ਮਹਾਰਾਜ ਦਾ ਸ਼ੁਕਰ ਕਰੀਏ ਜਿਨ੍ਹਾਂ ਨੇ ਐਸਾ ਤਪ ਕੀਤਾ ਅਤੇ ਉਸ ਤਪ ਦਾ ਸਦਕਾ ਅਸੀਂ ਗੁਰੂ ਕੇ ਸਿੱਖ ਬਣੇ ਆ। ਸਾਨੂੰ ਕਿਤੇ ਜਨਮ ਮਿਲਿਆ ਗੁਰੂ ਨਾਨਕ ਦੇਵ ਮਹਾਰਾਜ ਸਿੱਖਾਂ ਦੇ ਘਰ, ਸਾਡਾ ਨਾਮ ਵੀ ਸਿੱਖ ਹੋ ਗਿਆ ਹੈ। ਬੜੇ ਵੱਡੇ ਭਾਗ ਹੋਣ ਅਤੇ ਸਿੱਖ ਨਾਮ ਖਵਾਇਆ ਜਾਂਦਾ। ਇਹ ਗੁਰੂ ਮਹਾਰਾਜ ਨੇ ਬੇਅੰਤ ਬਖਸ਼ਿਸ਼ ਕੀਤੀ ਹੈ। ਭਲਾ ਮਨਾਈਏ ਸਾਡੇ ਗੁਰੂ ਨਾਨਕ ਸਾਹਿਬ ਜੀ ਹੈ। ਅਸੀਂ ਤਾਂ ਅਚੇਤ ਹੋਏ ਪਏ ਹਾਂ ਗੁਰੂ ਮਹਾਰਾਜ ਵੱਲੋਂ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਮਹਿਮਾ ਨੂੰ ਸਮਝਿਆ ਹੈ। ਸਾਧ ਸੰਗਤ ਜੀ, ਵੱਡੇ ਵੱਡੇ ਦੁੱਖ ਦੂਰ ਹੋ ਜਾਂਦੇ ਮਹਾਰਾਜ ਦਾ ਨਾਮ ਲੈਣ ਨਾਲ। ਜਿਹੜੇ ਕੋਈ ਗੁਰੂ ਨਾਨਕ ਸਾਹਿਬ ਕਰਨਗੇ ਨਾ ਰੋਜ਼ ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ, ਇਹ ਪੱਕੀ ਗੱਲ ਵੀ ਉਹਨਾਂ ਦਾ ਕੋਈ ਦੁੱਖ ਨਹੀਂ ਰਹਿ ਜਾਊਗਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਵਿੱਚ ਹੀ ਇੰਨੀ ਬਰਕਤ ਹੈ। ਕਿਤੇ ਤੁਸੀਂ ਪਰੇਸ਼ਾਨ ਹੋ ਗਏ, ਕਿਤੇ 5-10 ਮਿੰਟ ਜਪ ਕੇ ਵੇਖੋ, ਤੁਹਾਨੂੰ ਨਾਲ ਹੀ ਸ਼ਾਂਤੀ ਆ ਜਾਏਗੀ। ਇਹ ਗੁਰੂ ਮਹਾਰਾਜ ਦਾ ਐਸਾ ਨਾਮ ਹੈ, ਸ਼ਾਂਤੀ ਬਖਸ਼ਣ ਵਾਲਾ। ਨਾਨਕ ਦਾ ਅਰਥ ਹੀ ਹੈ ਵੀ ਨਾ ਅਨਕ, ਜੋ ਬਹੁਤੇ ਨਹੀਂ ਹੈ। ਉਹ ਬਹੁਤੇ ਕੌਣ ਨਹੀਂ ਹੈ, ਉਹ ਕੌਣ? ਇੱਕੋ ਇੱਕ ਪਰਮਾਤਮਾ ਹੀ ਹੈ। ਤੁਧ ਬਿਨ ਦੂਜਾ ਨਾਹੀ ਕੋਈ, ਏਕੋ ਹੈ ਭਾਈ ਏਕੋ ਹੈ। ਉਹ ਇੱਕ ਪਰਮਾਤਮਾ ਹੈ ਅਤੇ ਉਹ ਹੈ ਗੁਰੂ ਨਾਨਕ ਸਾਹਿਬ। ਨਾ ਅਨਕ, ਜੋ ਬਹੁਤੇ ਨਹੀਂ, ਇੱਕੋ ਹੀ ਹੈ ਗੁਰੂ ਨਾਨਕ ਸਾਹਿਬ। ਉਹ ਪਰਮੇਸ਼ਰ ਰੂਪ ਐਸੇ ਸਤਿਗੁਰੂ ਜੀ ਦਾ ਨਾਮ ਜਪੀਏ। ਸਾਧ ਸੰਗਤ ਜੀ, ਜਿਨ੍ਹਾਂ ਨੇ ਸਾਡੇ ਸੁੱਖ ਵਾਸਤੇ ਇੰਨੀ ਘਾਲ ਕਮਾਈ ਕੀਤੀ, ਰੇਤ ਦਾ ਇੱਕ ਕਿਣਕਾ ਮਾਸੇ ਜਿੰਨਾ ਛਕਿਆ ਹੈ, ਅੱਕ ਦਾ ਫੁੱਲ ਛਕ ਕੇ ਟਾਈਮ ਕੱਢਿਆ, ਰੋੜਾਂ ਦੀ ਵਿਛਾਈ ਮਹਾਰਾਜ ਨੇ ਕੀਤੀ ਹੈ। ਅਜੇ ਇਤਿਹਾਸ ਵਿੱਚ ਉਹਦੇ ਸੁਣ ਕੇ ਕੋਈ ਕਹਿ ਦੂਗਾ ਵੀ ਅਸੀਂ ਨਹੀਂ ਮੰਨਦੇ, ਪਰ ਭਾਈ ਗੁਰਦਾਸ ਜੀ ਦੀ ਵਾਰ 'ਤੇ ਲਿਖਿਆ ਹੀ ਹੈ ਨਾ। ਕਿ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕਿਹਾ ਹੋਇਆ ਹੈ। ਇਹ ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੂੰ ਖੋਲ੍ਹਣ ਵਾਸਤੇ ਕੁੰਜੀ ਦੀ ਨਿਆਈ ਹੈ। ਕੁੰਜੀ ਤੋਂ ਬਿਨਾਂ ਕਦੀ ਜੰਦਰਾ ਨਹੀਂ ਖੁੱਲ੍ਹਦਾ। ਇਸੇ ਤਰ੍ਹਾਂ ਗਿਆਨ ਰੂਪੀ ਜੰਦਰਾ ਜੋ ਗੁਰੂ ਗ੍ਰੰਥ ਸਾਹਿਬ ਜੀ ਸੁਭਾਏਮਾਨ ਹੈ, ਗੁਰੂ ਮਹਾਰਾਜ ਜੀ ਦੇ ਉਸ ਜਿੰਦਰੇ ਨੂੰ ਖੋਲ੍ਹਣ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਹੈ ਕੁੰਜੀ ਦੀ ਨਿਆਈ। ਇਹ ਬਾਣੀ ਦੀ ਕੁੰਜੀ ਹੈ, ਉਸ ਵਿੱਚ ਲਿਖਿਆ ਹੋਇਆ ਹੈ ਸਭ ਕੁਝ। ਇਵੇਂ ਸਾਧ ਸੰਗਤ ਜੀ ਸਿਧਾਂਤ ਨੂੰ ਸਮਝੀਏ, ਮਹਾਰਾਜ ਦੇ ਕੀਤੇ ਹੋਏ ਤਪ ਨੂੰ ਨਮਸਕਾਰਾਂ ਕਰੀਏ, ਗੁਰੂ ਕੇ ਚਰਨਾਂ ਵਿੱਚ ਢਹਿ ਕੇ ਰਹੀਏ। ਗੁਰੂ ਨਾਨਕ ਸਾਹਿਬ ਜੀ ਸਿੱਖ ਅਖਵਾਉਂਦੇ ਹਾਂ, ਉਹੀਓ ਗੁਰੂ ਗੋਬਿੰਦ ਸਿੰਘ ਮਹਾਰਾਜ ਹਨ। ਗੁਰੂ ਕੀ ਸਿੱਖੀ ਧਾਰਨ ਕਰੀਏ, ਜਿਸ ਕਰਕੇ ਸਾਡਾ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕੇ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ, ਤਪ ਕਰਨ ਪ੍ਰਸੰਗ ਵਰਨਨ ਨਾਮ 49ਵਾਂ ਅਧਿਆਏ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਖੇਡਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਕੇਤਕ ਦਿਨ ਗੁਰੂ ਗੁਜ਼ਾਰੇ, ਕਲ ਮੈਂ ਨਾਮ ਦੇ ਨਰ ਤਾਰੇ। ਦਰਸ਼ਨ ਦੇਖਤ ਸ਼ਬਦ ਸੁਨੰਤੇ, ਮਹਾਪਤਿਤ ਸੇ ਜਗਤ ਤਰੰਤੇ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ, ਤਪ ਕਰਨ ਪ੍ਰਸੰਗ ਵਰਨਨ ਨਾਮ 49ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।